ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਦੇ ਸਹਿਜ ਪਾਠ ਕੁਝ ਦਿਨਾਂ ਤੋਂ ਪ੍ਰਾਰੰਭ ਕੀਤੇ ਗਏ ਸਨ। ਉਪਰੰਤ ਅੱਜ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਮਨਾਉਂਦਿਆਂ ਹੋਇਆਂ ਮਹਾਂਪੁਰਸ਼ਾਂ ਦੀ ਚਲਾਈ ਹੋਈ ਪੁਰਾਤਨ ਮਰਜ਼ਾਦਾ ਦੇ ਅਨੁਸਾਰ ਸਹਿਜ ਪਾਠਾਂ ਦੇ ਭੋਗ ਪਾਏ ਗਏ ਹਨ। ਅੱਜ ਵੀ ਜੋ ਪੂਰਨਮਾਸ਼ੀ ਹੈ, ਇਹ ਸੰਸਾਰ ਦੇ ਇਤਿਹਾਸ ਦੇ ਵਿੱਚ ਇਸ ਦਾ ਇੱਕ ਆਪਣਾ ਵੱਖਰਾ ਥਾਂ ਹੈ। ਇਸ ਨੂੰ ਇਤਿਹਾਸ ਦੇ ਅੰਦਰ ਬਹੁਤ ਸਾਰੀ ਦੁਨੀਆ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਮਨਾ ਰਹੀ ਹੈ ਔਰ ਹਿੰਦੁਸਤਾਨ ਦੀ ਧਰਤੀ 'ਤੇ ਖਾਸ ਤੌਰ 'ਤੇ ਇਸ ਪੂਰਨਮਾਸ਼ੀ ਨੂੰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਔਰ ਸਿੱਖ ਧਰਮ ਦੇ ਅੰਦਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਚਲਾਈ ਹੋਈ ਮਰਜ਼ਾਦਾ, ਉਸ ਮਰਜ਼ਾਦਾ ਦੇ ਅਨੁਸਾਰ ਇਸ ਤਿਉਹਾਰ ਨੂੰ ਬੜੀ ਧੂਮ-ਧਾਮ ਦੇ ਨਾਲ ਉਹਨਾਂ ਦੀ ਪਾਵਨ ਪਵਿੱਤਰ ਧਰਤੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਲੇ ਮਹੱਲੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜ਼ਿਕਰ ਹੈ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ, ਪ੍ਰਹਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰਨਾਕਸ਼ ਮਾਰ ਪਛਾਇਆ। ਬਹੁਤ ਜਗ੍ਹਾ 'ਤੇ ਜ਼ਿਕਰ ਗੁਰਬਾਣੀ ਦੇ ਵਿੱਚ ਪ੍ਰਹਲਾਦ ਭਗਤ ਦਾ ਅਤੇ ਹਰਨਾਕਸ਼ ਦਾ ਜ਼ਿਕਰ ਆਇਆ ਹੈ। ਸਤਿਯੁਗ ਦੇ ਅੰਦਰ ਕਿਉਂਕਿ ਹਰੇਕ ਯੁੱਗ ਦੇ ਵਿੱਚ ਭਗਤਾਂ ਨੂੰ ਪੈਦਾ ਕੀਤਾ ਗਿਆ ਔਰ ਜਿਹੜੇ ਅਵਤਾਰੀ ਪੁਰਸ਼ ਸਨ, ਜਿਹੜੇ ਸੰਸਾਰ ਨੂੰ ਸੇਧ ਦੇਣ ਵਾਸਤੇ ਪਰਮੇਸ਼ਰ ਨਿਰੰਕਾਰ ਵੱਲੋਂ ਸੰਸਾਰ ਦੇ ਭੁੱਲੇ ਭਟਕੇ ਲੋਕਾਂ ਨੂੰ ਰਸਤਾ ਦਿਖਾਉਣ ਵਾਸਤੇ, ਰੂਹਾਨੀਅਤ ਦਾ ਮਾਰਗ ਦੱਸਣ ਵਾਸਤੇ, ਸੱਚ ਦਾ ਮਾਰਗ ਦਰਸਾਉਣ ਵਾਸਤੇ ਸੰਸਾਰ ਵਿੱਚ ਭੇਜੇ ਜਾਂਦੇ ਹਨ। ਉਹਨਾਂ ਨੂੰ ਅਵਤਾਰੀ ਪੁਰਸ਼, ਅਵਤਾਰ ਪੁਰਸ਼ ਕਹਿੰਦੇ ਹਨ। ਇਹ ਪ੍ਰਕਾਰ ਦੇ ਅਵਤਾਰ ਦੁਨੀਆ ਵਿੱਚ ਆਉਂਦੇ ਨੇ। ਇੱਕ ਨਿਮਿਤ ਅਵਤਾਰ ਆਉਂਦੇ ਨੇ, ਇੱਕ ਨਿਤ ਅਵਤਾਰ ਆਉਂਦੇ ਨੇ। ਨਿਮਿਤ ਅਵਤਾਰ ਆਉਂਦੇ ਨੇ, ਕੇਵਲ ਇੱਕੋ ਹੀ ਕਰਮ ਨੂੰ ਕਰਨ ਵਾਸਤੇ ਆਉਂਦੇ ਆ। ਉਹ ਆਪਣਾ ਕਰਮ ਕਰਕੇ ਸੰਸਾਰ ਵਿੱਚੋਂ ਚਲੇ ਜਾਂਦੇ ਆ। ਉਹਨਾਂ ਦੀ ਪੂਜਾ ਸੰਸਾਰ ਦੇ ਵਿੱਚ ਨਹੀਂ ਹੋਈ, ਕਿਉਂਕਿ ਇੱਕੋ ਇੱਕ ਕਾਰਜ ਕਰਨ ਵਾਸਤੇ ਉਹ ਆਏ ਸੀ। ਜੈਸਾ ਕਿ ਮੱਛ ਅਵਤਾਰ, ਕੱਛ ਅਵਤਾਰ, ਬਰਾਹ ਅਵਤਾਰ, ਨਰਸਿੰਘ ਅਵਤਾਰ, ਇਹ ਸਾਰੇ ਅਵਤਾਰ ਇੱਕ ਇੱਕ ਕਰਮ ਕਰਨ ਵਾਸਤੇ ਆਏ ਸੀ ਔਰ ਆਪਣਾ ਉਹ ਕਰਮ ਕਰਕੇ ਚਲੇ ਗਏ। ਇਹਨਾਂ ਨੂੰ ਨਿਮਿਤ ਅਵਤਾਰ ਕਿਹਾ ਜਾਂਦਾ ਹੈ। ਜਿਹੜੇ ਨਿਤ ਅਵਤਾਰ ਆਉਂਦੇ ਨੇ, ਉਹ ਸੰਸਾਰ ਦੇ ਅੰਦਰ ਜਿਹੜੇ ਸਾਧੂ ਮਹਾਤਮਾ, ਬੰਦਗੀ ਕਰਨ ਵਾਲੇ, ਤਪੱਸਿਆ ਕਰਨ ਵਾਲੇ ਪੁਰਖ, ਉਹ ਸੰਸਾਰ ਦੇ ਵਿੱਚ ਸਦਾ ਹੀ ਆਉਂਦੇ ਰਹਿੰਦੇ ਆ ਔਰ ਆਉਣ ਦਾ ਉਹਨਾਂ ਦਾ ਪ੍ਰਯੋਜਨ ਇਹੀ ਹੈ ਕਿ ਭੁੱਲੇ ਭਟਕੇ ਲੋਕਾਂ ਨੂੰ, ਜਿਹੜੇ ਆਪਣੇ ਸਹੀ ਮਾਰਗ ਤੋਂ ਭਟਕ ਜਾਂਦੇ ਹਨ, ਉਹਨਾਂ ਨੂੰ ਦਰਸਾਉਣ ਵਾਸਤੇ ਹੀ, ਰਸਤਾ ਦੱਸਣ ਵਾਸਤੇ ਹੀ ਆਉਂਦੇ ਹਨ। ਇਹ ਸਤਿਯੁਗ ਦਾ ਇਤਿਹਾਸ ਹੈ। ਹਰਨਾਕਸ਼ ਨੇ ਭਗਤੀ ਕਰਕੇ, ਬੰਦਗੀ ਕਰਕੇ ਪਰਮੇਸ਼ਰ ਤੋਂ ਵਰ ਲੈ ਲਏ ਸਨ ਕਿ ਨਾ ਮੈਂ ਰਾਤ ਨੂੰ ਮਰਾਂ, ਨਾ ਮੈਂ ਦਿਨ ਨੂੰ ਮਰਾਂ, ਨਾ ਮੈਂ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ 84 ਲੱਖ ਸ੍ਰਿਸ਼ਟੀ ਦੇ ਜਿੰਨੇ ਜੀਵ ਸਾਜੇ ਹਨ, ਨਾ ਮੈਂ ਇਹਨਾਂ ਤੋਂ ਮਰਾਂ, ਨਾ ਮੈਂ ਕਿਸੇ ਸ਼ਾਸਤਰ ਤੋਂ ਮਰਾਂ। ਇਸ ਤਰ੍ਹਾਂ ਬਹੁਤ ਸਾਰੇ ਵਰ ਲੈ ਕੇ ਹਰਨਾਕਸ਼ ਨੇ ਭਗਵਾਨ ਤੋਂ ਫਿਰ ਆਪਣਾ ਹੀ ਸੰਸਾਰ ਦੇ ਵਿੱਚ ਜ਼ੋਰ ਕਰਨਾ ਸ਼ੁਰੂ ਕੀਤਾ ਕਿ ਕੋਈ ਪਰਮੇਸ਼ਰ ਦੇ ਨਾਮ ਦੀ ਚੀਜ਼ ਨਹੀਂ ਔਰ ਜਿਹੜਾ ਕੋਈ ਪਰਮੇਸ਼ਰ ਦਾ ਨਾਮ ਜਪਦਾ ਸੀ ਉਸ ਨੂੰ ਸਜ਼ਾ ਦਿੰਦੇ ਸਨ। ਉਹ ਉਸਦੇ ਆਪਣੇ ਘਰ ਹੀ ਇੱਕ ਐਸਾ ਪੁੱਤਰ ਪੈਦਾ ਹੋਇਆ ਜਿਸ ਦਾ ਨਾਮ ਅੱਜ ਤੁਸੀਂ ਸਾਰੀ ਦੁਨੀਆ ਜਾਣਦੇ ਹੋ। ਇਹ ਦੋ ਲੜਕੇ ਸਤਿਯੁਗ ਦੇ ਵਿੱਚ ਹੋਏ ਹਨ, ਜਿਨ੍ਹਾਂ ਦੀ 5-5 ਸਾਲ ਦੀ ਉਮਰ ਸੀ। 5-5 ਸਾਲ ਦੇ ਬੱਚਿਆਂ ਨੇ ਸੰਸਾਰ ਦੇ ਲੋਕਾਂ ਨੂੰ ਰੂਹਾਨੀਅਤ ਦਾ ਮਾਰਗ ਦਰਸਾ ਕੇ ਗਏ, ਜਿਨ੍ਹਾਂ ਨੂੰ ਗੁਰਬਾਣੀ ਦੇ ਵਿੱਚ ਦੱਸਿਆ ਹੈ, ਨਾਮ ਜਪੋ ਜੀ ਐਸੇ ਐਸੇ, ਧਰੁਵ ਪ੍ਰਹਲਾਦ ਜਪਿਓ ਹਰ ਜੈਸੇ।
बहुत बड़े बड़े चक्रवर्ती राजे भी होए ने। ऐसे भी राजे दुनिया में होए ने जिन्हां दे राज दे विच कभी सूरज नहीं छिपदा सी, वो भी संसार विचों हो के चले गए, उन्हां दे नाम नूं कोई जाणदा नहीं है। इस करके सतयुग दी तो लैके कलयुग के अंदर तकरीबन 43,20,000 साल 4 युगां की उम्र बनती है। बड़ा लंबा समा होण बीत जाण दे बावजूद भी उन्हां भगतां नूं रब दे प्यारिआं नूं दुनिया अज तक जाणदी है, जिन्हां दा जिक्र खास तौर ते गुरु ग्रंथ साहिब जी दे विच बहुत बार कीता गया है। इस प्रहलाद का जिक्र अज गुरबाणी दे विच भी है ते अज हिंदुस्तान दे सारे हिंदुस्तान दे विच तकरीबन सारिया स्टेटां दे अंदर ये होली का त्यौहार बड़ी धूमधाम के नाल मनाया जाता है, क्योंकि भगतां की रक्षा करने वास्ते परमेश्वर निरंकार जी आप धरती ते ऐसा रूप धारण किया जिहड़ा 84 लाख सृष्टि के जीवां दे विचों नहीं सी, एक वखरा ही रूप सी। ना वो मनुख का शरीर सी, ना किसी जानवर का शरीर सी। एक नवा स्वरूप धारण करके उस वेले हरनाक्ष नूं मारना कीता ते प्रहलाद की रक्षा की, जिसनों चौथे पातशाह गुरु रामदास जी महाराज अपनी पवित्र बाणी के अंदर इसका जिक्र करते हैं। हर युग युग भगतों पाया पैज रखदा आया राम राजे, हरनाक्ष दुष्ट हर मारिया प्रहलाद तराया। हरनाक्ष दुष्ट का अंत किया ते प्रहलाद अपने भगत नूं उसकी रक्षा करनी की। अज भी पाकिस्तान के अंदर मुल्तान शहर है, उस मुल्तान शहर के अंदर हरनाक्ष का क्योंकि राज सी उस वेले, उथे अज भी वो थम पिया है। जिस थम नूं गर्म करके लाल करके लोहे का थम सी, उस दे नाल जफी पाउण वास्ते प्रहलाद नूं जबरदस्ती कहा गया ते उस पत्थर दे उस लोहे के थम दे विचों नरसिंह रूप परमेश्वर का प्रगट होया ते अज भी वो थम उत्थे मुल्तान के अंदर निशानी पई हुई है। उस वेले हरनाक्ष नूं मार के भगवान ने जदों हरनाक्ष नूं मारिया ते प्रहलाद की जय जयकार हुई। जिहड़े उस वेले प्रहलाद के पक्षी सन उन्होंने फुलों की बरखा की ते जिहड़े हरनाक्ष पक्षी सन उन्होंने इस दे विरोध दे विच एक दूजे ते गंदगी सिटी मिट्टी सिटी और बड़े दुख नूं मनाया गया। इस तरह जो उसकी प्रहलाद हरनाक्ष की भैन प्रहलाद की भूआ लगती सी, उसका नाम सी होलका। वो होलका के कोल एक चादर सी जिसनों ब्रह्मा जी का वर सी कि वो चादर नूं अग नहीं सी लग सकती, अग उहदे नेड़े नहीं पहुँच सकती सी। उस होलका ने लकड़ियां का ढेर ला के प्रहलाद नूं अपने उस चादर के उत्ते पा के चादर अपने शरीर के उपर लै ली ते प्रहलाद नूं लैके अग विच बैठ गई ते नेत ऐसी परमेश्वर की हुई, हवा वगण दे नाल वो चादर होलका के उपरों लैके प्रहलाद के उपर डिगी ते होलका का अंत हो गया। जिस तो होली का त्यौहार मनाया जान लग्या। उस होली के त्यौहार नूं लोग बहुत गलत ढंगां दे नाल मनाउंदे सन ते साहिब गुरु गोबिंद सिंह साहिब जी महाराज ने इस त्यौहार नूं आनंदपुर साहिब की धरती ते होर ढंग दे नाल मनाउणा शुरू कीता ते दो पासे दो पार्टियां बना देणियां ते उन्हां दा हल्ला कराउणा ते उस तों होला महल्ला शुरू होया। होले महल्ले वाले दिन उस तों पहलां हुशियारपुर की धरती के उत्ते मुसलमानों का उस वेले बड़ा जोर सी, क्योंकि मुगल सल्तनत सी उस वेले ते हुशियारपुर का आला दुआला तकरीबन बहुत सारा मुसलमानी आबादी के नाल भरिया होया सी। उस इलाके दे विच जाबर खां एक मुसलमान सी जिहड़ा कोई लड़की नूं हिंदू विआह के लिआउंदा सी, उस लड़की नूं खो के लै जांदा सी। एक जेजों पिंड दे रहण वाला पहाड़ दे विच एक जेजों पिंड है, कस्बा है। उस कस्बे दे रहण वाला पंडित देवीदास बजवाड़ा पिंड है, हुशियारपुर दे नाल उसदा लगदा है, बिल्कुल नज़दीक ही हुशियारपुर दे विच ही बजवाड़ा शहर पैंदा है। उस बजवाड़े शहर तो
ਉਹ ਵਿਆਹ ਕੇ ਲੜਕੀ ਨੂੰ ਜੈਜੋਂ ਪਿੰਡ ਵਿੱਚ ਲੈ ਕੇ ਜਾ ਰਿਹਾ ਸੀ, ਕਿਉਂਕਿ ਬਜਵਾੜੇ ਸ਼ਹਿਰ ਵਿੱਚ 10ਵੇਂ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਹੁਰੇ ਨਗਰ ਵੀ ਬਜਵਾੜਾ ਸ਼ਹਿਰ ਹੈ। ਮਾਤਾ ਸੁੰਦਰੀ ਜੀ ਦਾ ਪੇਕਾ ਸਥਾਨ ਹੈ। ਸ਼ੇਰਸ਼ਾਹ ਸੂਰੀ ਵੀ ਉਸ ਨਗਰ ਦਾ ਹੋਇਆ ਹੈ ਅਤੇ ਬਾਜੂ ਬਾਬਰਾ ਜੋ ਬਹੁਤ ਕਲਾ ਦਾ ਧਨੀ ਸੀ, ਗਾਉਣ ਦਾ ਧਨੀ ਸੀ, ਉਹ ਵੀ ਉਸ ਨਗਰ ਵਿੱਚ ਹੀ ਹੋਇਆ ਹੈ। ਉੱਥੋਂ ਲੜਕੀ ਵਿਆਹ ਕੇ ਆਪਣੇ ਨਗਰ ਨੂੰ ਜਾ ਰਿਹਾ ਸੀ। ਰਸਤੇ ਵਿੱਚ ਉਸ ਮੁਸਲਮਾਨ ਨੇ ਉਸ ਬ੍ਰਾਹਮਣ ਦਾ ਡੋਲਾ ਖੋਲ੍ਹਿਆ ਅਤੇ ਆਪਣੇ ਘਰ ਨੂੰ ਲੈ ਗਿਆ। ਉਸ ਵੇਲੇ ਮੁਸਲਮਾਨੀ ਦਾ ਜ਼ੋਰ ਸੀ, ਕਿਸੇ ਨੇ ਵੀ ਉਸ ਦੀ ਸਰਕਾਰੀ ਦਰਬਾਰੇ ਵੀ ਸੁਣਵਾਈ ਨਾ ਹੋਈ। ਤਾਂ ਫਿਰ ਉਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਦਰਬਾਰ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਿਆ ਅਤੇ ਜਾ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੱਗੇ ਜਾ ਕੇ ਪੁਕਾਰ ਕੀਤੀ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਉਹਨਾਂ ਦੇ ਨਾਲ 200 ਸਿੰਘ ਨੂੰ ਦੇ ਕੇ ਹੁਸ਼ਿਆਰਪੁਰ ਦੀ ਧਰਤੀ 'ਤੇ ਉਸ ਜਾਬਰ ਖਾਂ ਦੇ ਕੋਲੋਂ ਉਸ ਲੜਕੀ ਦਾ ਡੋਲਾ ਖੋਹ ਕੇ ਦੇਵੀ ਦਾਸ ਨੂੰ ਦਿਵਾਉਣ ਵਾਸਤੇ ਹੁਕਮ ਕੀਤਾ ਅਤੇ ਬਾਬਾ ਅਜੀਤ ਸਿੰਘ ਜੀ ਉਸ ਵੇਲੇ 200 ਸਿੰਘਾਂ ਦਾ ਜਥਾ ਲੈ ਕੇ ਹੁਸ਼ਿਆਰਪੁਰ ਦੀ ਧਰਤੀ 'ਤੇ ਜਾ ਕੇ ਜਾਬਰ ਖਾਂ ਦੀ ਉਹ ਜਿਹੜਾ ਉੱਥੇ ਰਹਿੰਦਾ ਸੀ ਉੱਥੇ ਹਮਲਾ ਕਰਕੇ ਉਸ ਤੋਂ ਡੋਲਾ ਖੋਹ ਕੇ ਦੇਵੀ ਦਾਸ ਨੂੰ ਦਿੱਤਾ ਅਤੇ ਬਹੁਤ ਸਾਰੇ ਕੀਮਤੀ ਸਿੰਘ ਇੱਕ ਲੜਕੀ ਨੂੰ ਛੁਡਾਉਣ ਵਾਸਤੇ ਸ਼ਹੀਦ ਹੋਏ। ਅੱਜ ਵੀ ਸ਼ਹੀਦਾਂ ਦੇ ਅਸਥਾਨ ਹੁਸ਼ਿਆਰਪੁਰ ਤੋਂ ਜਦੋਂ ਤੁਸੀਂ ਆਨੰਦਪੁਰ ਸਾਹਿਬ ਨੂੰ ਆਓ, ਰਸਤੇ ਦੇ ਵਿੱਚ ਬਹੁਤ ਸ਼ਹੀਦਾਂ ਦੇ ਅਸਥਾਨ ਬਣੇ ਹੋਏ ਹਨ। ਬੇਈਹਾਰਾ ਪਿੰਡ ਹੈ, ਦਰਿਆ ਦੇ ਨਾਲ ਲੱਗਦਾ ਹੈ, ਉੱਥੇ ਉਹੀ ਸਿੰਘ ਸ਼ਹੀਦ ਹੋਏ ਨੇ ਜਿਸ ਅਸਥਾਨ ਨੂੰ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਬਣਵਾਇਆ ਸੀ। ਅੱਗੇ ਕਰੀਮਪੁਰ ਪਿੰਡ ਹੈ, ਉੱਥੇ ਵੀ ਸ਼ਹੀਦ ਸਿੰਘਾਂ ਦਾ ਸਥਾਨ ਹੈ। ਗੜ੍ਹ ਸ਼ੰਕਰ ਦੇ ਨਜ਼ਦੀਕ ਅਕਾਲਗੜ੍ਹ ਪਿੰਡ ਹੈ, ਉੱਥੇ ਵੀ ਸ਼ਹੀਦਾਂ ਦਾ ਸਥਾਨ ਹੈ। ਮਾਲਪੁਰ ਸ਼ਹਿਰ ਦੇ ਵਿੱਚ ਅੱਜ ਵੀ ਉੱਥੇ ਸ਼ਹੀਦਾਂ ਦਾ ਸਥਾਨ ਬਣਿਆ ਹੋਇਆ। ਇੱਕ ਲੜਕੀ ਨੂੰ ਛੁਡਾਉਣ ਵਾਸਤੇ ਬਹੁਤ ਸਾਰੇ ਸਿੰਘ ਸ਼ਹੀਦ ਹੋਏ। ਉਹ ਲੜਕੀ ਛੁਡਾ ਕੇ ਉਸ ਨੂੰ ਦੇ ਦਿੱਤੀ ਅਤੇ ਜਾਬਰ ਖਾਂ ਨੂੰ ਬੰਨ੍ਹ ਕੇ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪੇਸ਼ ਕੀਤਾ ਗਿਆ। ਅਤੇ ਉਸ ਦਿਨ ਤੋਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਨੰਦਪੁਰ ਸਾਹਿਬ ਹੋਲਾ ਮਹੱਲਾ ਮਨਾਉਂਦੇ ਹੁੰਦੇ ਸਨ। ਹੋਲੇ ਮਹੱਲੇ ਦੀ ਤਿਆਰੀ ਸੀ ਅਤੇ ਜਾਬਰ ਖਾਂ ਨੂੰ ਬੰਨ੍ਹ ਕੇ ਲਿਆਂਦਾ ਗਿਆ ਅਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇੱਕ ਚਿੱਠੀ ਲਿਖ ਕੇ ਔਰੰਗਜ਼ੇਬ ਨੂੰ ਭੇਜੀ ਕਿ ਜਾਬਰ ਖਾਂ ਨੂੰ ਇਸ ਤਰੀਕ ਨੂੰ ਅਸੀਂ ਸਾਰੀ ਦੁਨੀਆ ਦੇ ਸਾਹਮਣੇ ਕੁੱਤਿਆਂ ਤੋਂ ਤੜਵਾਉਣਾ ਹੈ ਔਰ ਕਿਸੇ ਦੀ ਹਿੰਮਤ ਹੈ ਅਤੇ ਆ ਕੇ ਛੁਡਾ ਲਵੇ। ਜਦੋਂ ਹੋਲੀ ਤੋਂ ਬਾਅਦ ਦੂਸਰਾ ਦਿਨ ਹੋਲਾ ਹੈ, ਹੋਲੇ ਤੋਂ ਬਾਅਦ ਅਗਲਾ ਦਿਨ ਮਹੱਲਾ, ਮਹੱਲੇ ਨੂੰ ਕਹਿੰਦੇ ਹਨ ਹੱਲੇ ਦਾ ਰੂਪ ਹੀ ਉਸ ਨੂੰ ਮਹੱਲਾ ਕਿਹਾ ਗਿਆ। ਉਸ ਦਿਨ ਜਾਬਰ ਖਾਂ ਨੂੰ ਬੰਨ੍ਹ ਕੇ ਜਿਹੜੀਆਂ ਨਿਹੰਗ ਸਿੰਘ ਫੌਜਾਂ ਸਨ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਫੌਜਾਂ ਸਨ, ਉਹਨਾਂ ਨੇ ਉਸ ਜਾਬਰ ਖਾਂ ਨੂੰ ਅੱਗੇ ਲਾ ਕੇ ਜਲੂਸ ਦੀ ਸ਼ਕਲ ਦੇ ਵਿੱਚ ਲੈ ਕੇ ਤੁਰੇ। ਉਸ ਦਿਨ ਮਾਤਾ ਜੀਤੋ ਜੀ ਚੜ੍ਹਾਈ ਕਰ ਗਏ ਔਰ ਉਹਨਾਂ ਦਾ ਪਤਾ ਲੱਗਣ 'ਤੇ ਸਾਰੇ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਮੇਤ ਉਸ ਮਾਤਾ ਜੀਤੋ ਜੀ ਦੇ ਬੁੰਗੇ ਪਹੁੰਚੇ। ਅਗੰਮਪੁਰ ਅੱਗੇ ਛੋਟਾ ਜਿਹਾ ਨਗਰ ਹੈ, ਉੱਥੇ ਮਾਤਾ ਜੀ ਰਹਿੰਦੇ ਸਨ। ਉੱਥੇ ਸਾਰੇ ਸਿੰਘ ਪਹੁੰਚੇ ਅਤੇ ਅੱਜ ਵੀ ਉਹੀ ਪਰੰਪਰਾ ਚੱਲਦੀ ਹੈ। ਮਹੱਲਾ ਕੱਢਣ ਤੋਂ ਪਹਿਲੇ ਮਾਤਾ ਜੀਤੋ ਜੀ ਦੇ ਅਸਥਾਨ 'ਤੇ ਜਾ ਕੇ ਨਮਸਕਾਰ ਕੀਤੀ ਜਾਂਦੀ ਹੈ ਔਰ ਫਿਰ ਜਾਬਰ ਖਾਂ ਨੂੰ ਬੰਨ੍ਹ ਕੇ ਚਰਨ ਗੰਗਾ ਦੇ ਵਿੱਚ ਲਿਆ ਕੇ ਧਰਤੀ ਦੇ ਵਿੱਚ ਗੱਡ ਕੇ ਉਸ ਦੇ ਉੱਤੇ ਪਦਾਰਥ ਸਿੱਟ ਕੇ ਕੁੱਤਿਆਂ ਤੋਂ ਤੜਵਾਇਆ ਗਿਆ ਅਤੇ ਆਪ ਨਿਹੰਗ ਸਿੰਘਾਂ ਨੇ ਹੋਲਾ ਮਹੱਲਾ ਖੇਡਿਆ ਅਤੇ ਉਸ ਨੂੰ ਬੜੀ ਦੁਰਦਸ਼ਾ ਦੇ ਨਾਲ ਮਾਰਿਆ ਗਿਆ। ਉਸ ਤੋਂ ਲੈ ਕੇ ਅੱਜ ਤੱਕ ਉਹੀ ਹੋਲੇ ਮਹੱਲੇ ਦੀ ਪਰੰਪਰਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਚਲਾਈ ਹੋਈ। ਅੱਜ ਵੀ ਉਹਨਾਂ ਦੇ ਸਿੱਖ, ਗੁਰੂ ਦੇ ਨਾਲ ਪਿਆਰ ਰੱਖਣ ਵਾਲੇ ਸਿੱਖ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮੰਨਣ ਵਾਲੇ ਅੱਜ ਵੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬੜੀ ਸ਼ਾਨੋ ਸ਼ੌਕਤ ਦੇ ਨਾਲ ਹੋਲਾ ਮਹੱਲਾ ਹਿੰਦੁਸਤਾਨ ਦੇ ਵਿੱਚੋਂ ਨਹੀਂ, ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਆ ਕੇ ਮਨਾਉਂਦੀਆਂ ਹਨ। ਸੋ ਅੱਜ ਹੋਲੇ ਮਹੱਲੇ ਦਾ ਖਾਸ ਤਿਉਹਾਰ ਹੋਣ ਕਰਕੇ ਅੱਜ ਪੂਰਨਮਾਸ਼ੀ ਦਾ ਦਿਨ ਹੈ।
इस करके जो सहज पाठ कुछ दिनों तो गुरु ग्रंथ साहिब जी की पवित्र बाणी के पहला भी रखे जाते सन, उस परंपरा के अनुसार अज भी सहज पाठ जो संत महाराज हरखोवाल वालियां की चलाई सी मर्यादा है, उस मर्यादा के अनुसार भोग पाए गए हैं। भावें बहुत दुनिया की बहुतात ऐसी है जिन्होंने महापुरुषों दी मर्यादा छड्ड के अपनियां मर्यादा बन लिया हैं। चलो रहो विचार, इस गल दे नाल सानू कोई मतलब नहीं, पर अज पूर्णमासी का पवित्र दिहाड़ा होने करके साहिब गुरु ग्रंथ साहिब जी की पवित्र रचना तो जो हुक्मनामे आप जी ने सरवण किए हैं। हुक्मनामे का मतलब है बहुत सारे लोग इस गल तो अनजान ने। हुक्मनामे तो ये खास करके गल उस वास्ते हुंदी है, जिस तरह कोई अदालत दे विच 6 महीने केस लड़दा है, कोई साल केस लड़दा है, आखिर दे विच उहदे एक फैसले की तरीक होंदी है ते उहदे फैसले की तरीक के उपर पता नहीं हुंदा कि बरी हो जाना या सज़ा हो जानी है। इस तरह जे तां गुरबाणी पढ़ के खुशी हो गई है फिर तां हुक्मनामा लैण की जरूरत नहीं है। जे इस गल नूं देखना है कि आया कोई गुरु की बेसत्कारी कई बारी मनुख तो ऐसी हो जाती है, कई बारी उस पाठ दे विच कोताही ऐसी हो जाती है, गलती हो जाती है, जिस गलती के कारण गुरु की खुशी तो मनुख वांझा रह जाता। सारिਆਂ ਨੂੰ खुशी प्राप्त नहीं हुंदी। ਜਿਹੜੇ ਸ਼ਰਧਾਵਾन ਸ਼ਰਧਾ ਦੇ ਨਾਲ गुरु की बाणी पढ़ते हैं और गुरु की बाणी का सत्कार करते हैं, उन्होंने पुरुषों को गुरु तो बख्शिशां प्राप्त हो जांदियां। बहुत सारे मनुख इस गल तो जिहड़े अनजान ने, गुरु के सत्कार नूं मुख नहीं रखते, गुरु की बाणी नाल प्रेम नहीं, केवल तो केवल एक लोकाचारी ही रहिंदी है, उहदे विचों मनुख नूं बहुता कोई फल प्राप्त नहीं हुंदा। इस करके हुक्मनामे का अर्थ ही ये है, जो बाणी पढ़ी सी, जिस कारज वास्ते पढ़ी सी, कि वो हुक्म गुरु ने की बख्शिश किया है, की प्रसन्नता बख्शी है या नहीं प्रसन्नता हुई है, वो हुक्मनामे की थोड़े समय वास्ते विचार करनी है। गुरमुख प्यारिओ, जिन्ने सवास मनुख दे वैसे तो बीतते ही जा रहे हैं। जिस दिन तो मनुख जन्म लै लैंदा उस दिन तो मनुख के सवासां की खर्चा शुरू हो जाता है, सवास निकलते रहते हैं सवास शरीर के विचों। ਜਿਹੜੇ ਸਵਾਸ वैसे ही संसारी ਕਾਰਜਾਂ ਵਿੱਚ संसार ਵਿੱਚ मनुख के शरीर ਵਿੱਚੋਂ गुजर जाते हैं, वो सवासां की गिणती का कोई भी ऐसे ही चलेगा जिस तरह कोई बहुत कीमती वस्तु ढेर ते सिट दईए, जिहदी बहुत कीमती चीज़ कोई मनुख उसनूं कौडियां दे बदले रोल देवे, उसका जिक्र गुरबाणी विच कीता है। सौ के सवास गुजर जाते हैं, मनुख के कामां कारां विच गुजर जाते हैं। भावें संसारी कारज जरूरी ने, पर फिर भी संसारी कारजां दे करदियां होइआं सवासां नूं देखना है कि सवास किस तरह मनुख के सफले ने और किस तरह सवासां की कीमत पैंदी है। रात नूं सौ के सवास गुजर रहे हरेक मनुख के गुजर जाते हैं। गुरबाणी का जिक्र है, रहन गवाई सोए के दिवस गवाया खाए, हीरे जैसा जन्म है कौडी बदले जाए। रात सौ के गुजर गई, मनुख नूं कोई होश नहीं रहिंदी। दिन नूं संसारक कारजां वास्ते मनुख अपनी उपजीविका पेट दे शरीर के सुखां कारण, पेट की उपजीविका कारण मनुख का सवास दिन दे समय गुजर जाता है, उसकी कोई कीमत नहीं। जिस तरह मनुख एक हीरे की कोई कीमत नहीं है, हीरे की कीमत अज तक पाई भी नहीं गई। कभी कोहे नूर हीरा सिख धर्म के बड़े महान शेरे पंजाब महाराजा रणजीत सिंह के कोल सी, अज वो हीरा अंग्रेज़ों के कोल है। इस समय ते किसी विद्वान नूं पुछया सी कि इस हीरे की की कीमत है, तो उसने कहा कि हीरे की कीमत एक जुत्ती है, जिसकी जुत्ती तकड़ी होवे हीरा उसके कोल चले जाता, जिसके कोल पावर ज़्यादा है हीरा उसके कोल चलिया जाता है। हीरे की कीमत गुरबाणी ने कोई नहीं लिखी। हीरे जैसा जन्म है
कौड़ी बदले जाए। शरीर मिलना बड़ी मुश्किल गल है। शरीर पशुआं नूं, पंछियां नूं, भूत प्रेतां नूं, दरख्तां नूं मिल गए हैं, पर मनुख का शरीर मिलना बहुत बड़ी मुश्किल गल है। गुरबाणी विच लिखिया है, ये मानस जन्म दुलंभ है, होत न वारै बार, ज्यों वन फल पाके पोए गिरे, बहुर न लागे डार। दुलंभ मतलब है बड़ा औखा प्राप्त होया, बहुत कीमत तार के शरीर प्राप्त होया है। एक आखिरी सिरे का डंडा है। पौड़ी के जिदा सारे डंडे चढ़ के मनुख आखिरी डंडे ते जाके किते पिछे नूं डिग जावे, उसकी कीती हुई मेहनत सारी बेअर्थ चले जाती है। इस तरह ये आखिरी डंडा है। सतगुरु जी बाणी विच लिखदे, 84 लख जौन पाई, मानस को प्रभ दी वडियाई। इस पौड़ी ते जो नर चूके ते आए जाए, दुख पाएंदा। आखिरी पौड़ी का डंडा है। चूके का मतलब है भुल जाना। इस आखिरी डंडे ते आके कोई भुल जावे मनुख, ਉਹਦਾ आउण जाण का चक्कर मुकदा नहीं है। कई जन्म पै कीट पतंगा, कई जन्म गज मीन परंगा, कई जन्म पंखी सर्प होयो, कई जन्म हैवर बिरख जोयो। बहुत लंबा समा लग जाता है मुड़ के मानस जोनी प्राप्त करने वास्ते। एक बारी मनुख खुंझ जावे, मुड़ के बड़ा लंबा चक्कर लग जाता है। भगवान कृष्ण अर्जन नूं उपदेश गीता दे विच दे के कहते हैं, हे अर्जन, जो प्राणी मेरे नाम से बेमुख हैं, 350 करोड़ वर्षां नरक भोगते हैं। 350 करोड़ साल तकरीबन सारिया जूना की उम्र का कैलकुलेट करके देखिए तो साध संगत जी बड़ा लंबा समा गुजर जाता है। इस शरीर की प्राप्ति करने वास्ते तो सतगुरु जी ने बड़े प्रमाण गुरबाणी विच दिते हैं। जन्म बिरथा जात रंग माया के, जन्म बहवें चलिया जाएगा माया के रंग दे विच। इस जन्म नूं सवारन वास्ते सतगुरु जी ने बड़े प्रमाण दिते ने गुरबाणी दे विच। इस जन्म नूं सवारन वास्ते जिहड़ा मनुख दा सवास है, वो सिमरन दे नाल लग के, रब दे नाम दे नाल लग के निकल जावे, उस सवास की कीमत पै जाती है। जिन्ने सवास गुरु के दरबार विच, गुरु की हाजरी विच गुजर जाण, जिन्ने सवास गुरबाणी सुनदियां कन बतीत हो जाण कन्नां दे, जिन्ने सवास गुरु के दर्शन करदियां बतीत हो जाण, जिन्ने सवास गुरु के घर दे विच सेवा करदियां बतीत हो जाण, वो सवास सफले गिणे जाते हैं। बाकी सवास संसार के जिहड़े कारज ने, उन्हां कारजां दे करदियां होइयां मनुख दे सवास बीते किते कोई कीमत नहीं रखते। इस करके गुरबाणी विच मनुख नूं बहुत समझाउण दा यतन कीता है। जिहड़ा मनुख इस गल तो खुंझ जाता है, बहुत वड्डे भाग हुंदे जिहड़ा मनुख गुरु की कथा नूं सरवण करदा है, गुरु की गल नूं सरवण करदा है। वड्डे भाग उस मनुख दे हुंदे आ। पूरे ते प्रधान सुनते हर कथा, संतां संग उधार सगला दुख लथा। गुरु की गल सुननी, गुरु की बाणी नूं सुन के ग्रहण करना, उस दे उपर चलण की कोशिश करनी, ये मनुख के बहुत बड़े भागां की निशानी हुंदी है। इस करके साध संगत जी, जिहड़े मनुख गुरु की हाजरी विच बैठ के कलयुग के घोर समय के अंदर, जिथे अज बहुत दुनिया रब तो दूर जा चुकी है, परमेश्वर के नेड़े जाण वालियां बहुत घट रूहां ने, क्योंकि कलयुग का प्रभाव ही ऐसा है। कलयुग रथ अग्न का कूड़ अगे रसवा, अग दे रथ नूं झूठ चला रहा है। सारी दुनिया झूठ दे नाल जुड़ती जा रही है। जिहड़े मनुख सच दे नाल जुड़दे है, सच की गल सुनने वास्ते तैयार रहिंदे है, उन्हां मनुखां दे बड़े भाग है वो अज भी सतयुग दे विच विचरदे है। सतयुग दे विच मनुख विचरदा है जिहड़ा मनुख धर्म नाल जुड़िया, जिहड़ा मनुख धर्म की गल करदा है, गुरु की गल करदा है, संतोखी है। जिस मनुख के अंदर संतोख है, वो धर्म के उत्ते उही चल सकदा है। लोभी मनुख कदी धर्म की पौड़ी ते चल नहीं सकता। इस करके जिहड़े मनुख गुरु की गल सुनते हैं, गुरु की गल सुन गुरु के नाल प्रेम रखते हैं, जिन्हां की भावना गुरु की सेवा ते है, गुरु के उत्ते भावना है, उन्हां मनुखां दे वड्डे कर्म ने
ਉਹ ਕਲਯੁਗ ਦੇ ਅੰਦਰ ਵੀ ਸਤਯੁਗ ਦੇ ਅੰਦਰ ਹੀ ਆਪਣਾ ਸਮਾਂ ਬਤੀਤ ਕਰਦੇ ਹਨ। ਇਸ ਕਰਕੇ ਗੁਰਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ, ਇਸ ਤੋਂ ਪਹਿਲਾਂ ਵੇਦ ਸ਼ਾਸਤਰ ਜਿੰਨੇ ਵੀ ਪੁਰਾਣ ਨੇ, ਸਿਮਰਤੀਆਂ ਨੇ, ਮਹਾਤਮਾ ਲੋਕਾਂ ਨੇ, ਅਵਤਾਰੀ ਪੁਰਸ਼ਾਂ ਨੇ, ਜੀਵਾਂ ਦੇ ਭਲੇ ਵਾਸਤੇ ਸਾਰੇ ਗ੍ਰੰਥ ਉਚਾਰੇ ਹਨ। ਜੀਵਾਂ ਦੇ ਭਲੇ ਤਾਂ ਕੇਵਲ ਤੇ ਕੇਵਲ ਇੱਕ ਮਨੁੱਖ ਹੀ ਹੈ ਜਿਹੜਾ ਇਹਨਾਂ ਪੁਰਾਣਾਂ ਨੂੰ, ਸਿਮਰਤੀਆਂ ਨੂੰ, ਵੇਦਾਂ ਨੂੰ ਸੁਣ ਸਕਦਾ ਹੈ ਤੇ ਸਮਝ ਸਕਦਾ ਹੈ। ਬਾਕੀ ਜੂਨਾਂ ਸੁਣ ਸਕਦੀਆਂ ਹਨ, ਸਮਝ ਤੋਂ ਬੜੀ ਪਰੇ ਦੀ ਗੱਲ ਹੈ। ਉਸ ਤੋਂ ਬਾਅਦ ਸਾਰਿਆਂ ਵੇਦਾਂ ਸ਼ਾਸਤਰਾਂ ਤੋਂ ਬਾਅਦ ਸਭ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋਂਦ ਵਿੱਚ ਆਏ ਨੇ ਔਰ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪੰਥ ਚਲਾਇਆ ਹੈ। ਜਿਸ ਪੰਥ ਦੇ ਵਿੱਚ ਆ ਕੇ ਬਹੁਤ ਸਾਰਾ ਜੋ ਪੁਰਾਤਨ ਸਮਿਆਂ ਵਿੱਚ, ਪਿਛਲਿਆਂ ਸਮਿਆਂ ਵਿੱਚ ਧਰਮਾਂ ਦੇ ਅੰਦਰ ਗਿਰਾਵਟਾਂ ਆ ਜਾਂਦੀਆਂ ਸਨ, ਅੱਜ ਵੀ ਸਿੱਖ ਧਰਮ ਦੇ ਅੰਦਰ ਬਹੁਤਾ ਲੰਮਾ ਸਮਾਂ ਤਾਂ ਨਹੀਂ ਹੋਇਆ, ਬਹੁਤ ਸਾਰੀਆਂ ਗਿਰਾਵਟਾਂ ਸਿੱਖ ਧਰਮ ਦੇ ਅੰਦਰ ਵੀ ਅੱਜ ਆ ਚੁੱਕੀਆਂ ਨੇ। ਜਿਸ ਤਰ੍ਹਾਂ ਕੋਈ ਚੀਜ਼ ਪੁਰਾਣੀ ਹੋ ਜਾਂਦੀ ਹੈ, ਉਸ ਦੇ ਅੰਦਰ ਗਿਰਾਵਟ ਆਉਣੀ ਸੁਭਾਵਿਕ ਹੀ ਗੱਲ ਹੁੰਦੀ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਬਹੁਤਾ ਲੰਬਾ ਸਮਾਂ ਨਹੀਂ, 1469 ਈਸਵੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ ਸੀ। ਉਸ ਤੋਂ ਬਾਅਦ ਲੈ ਕੇ ਸਿੱਖ ਧਰਮ ਦੀ ਹੋਂਦ ਸ਼ੁਰੂ ਹੋਈ ਹੈ। ਬਾਕੀ ਧਰਮਾਂ ਦੇ ਜਿੰਨੇ ਭਗਤ ਸਨ ਉਹ ਭਾਵੇਂ ਉਸ ਤੋਂ ਪਹਿਲਾਂ ਉਹਨਾਂ ਦੇ ਅਵਤਾਰ ਹੋਏ ਸਨ, ਪਰ ਉਹਨਾਂ ਨੇ ਗੁਰਬਾਣੀ ਉਸ ਵੇਲੇ ਉਚਾਰੀ ਸੀ। ਉਸ ਬਾਣੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਗ੍ਹਾ ਦੇ ਕੇ ਜੀਵਾਂ ਦੇ ਭਲੇ ਵਾਸਤੇ ਸਾਰਿਆਂ ਧਰਮਾਂ ਦੇ ਭਗਤਾਂ ਨੂੰ ਕੋਈ ਜਾਤ ਦਾ, ਧਰਮ ਦਾ ਕੋਈ ਫਰਕ ਨਹੀਂ ਰੱਖਿਆ। ਜਿਹੜੇ ਭਗਤ ਜਿਨ੍ਹਾਂ ਦੇ ਅਨੁਭਵੀ ਵਚਨ ਰੱਬ ਦੀ ਪ੍ਰਾਪਤੀ ਕਰਕੇ ਅੰਦਰੋਂ ਕੋਈ ਅੰਦਰੋਂ ਗਿਆਨ ਪ੍ਰਗਟ ਹੋਇਆ, ਉਹ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤਾ ਗਿਆ। ਉਸ ਗੁਰਬਾਣੀ ਨੂੰ ਮੰਨ ਕੇ ਜਿਹੜੇ ਗੁਰਮੁਖ ਪਿਆਰੇ ਅੱਜ ਵੀ ਉਦੋਂ ਤੋਂ ਲੈ ਕੇ ਜਦ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰਚਨਾ ਹੋਈ ਹੈ, ਇਹਨਾਂ ਤੋਂ ਜਿਨ੍ਹਾਂ ਨੇ ਵੀ ਗਿਆਨ ਲੈ ਕੇ ਬਹੁਤ ਸਾਰੇ ਮਹਾਂਪੁਰਸ਼ ਪੂਜਨੀਕ ਸੰਸਾਰ ਵਿੱਚ ਹੋਏ ਆ, ਉਹਨਾਂ ਦਾ ਨਾਮ ਅੱਜ ਵੀ ਦੁਨੀਆ ਦੇ ਵਿੱਚ ਚੱਲ ਰਿਹਾ ਹੈ। ਜਿਨ੍ਹਾਂ ਮਹਾਂਪੁਰਸ਼ਾਂ ਦੀ ਫੋਟੋ ਦੇ ਤੁਸੀਂ ਦਰਸ਼ਨ ਕਰ ਰਹੇ ਹੋ, ਇਹ ਮਹਾਂਪੁਰਸ਼ ਵੀ ਉਹਨਾਂ ਦੀ ਇੱਕ ਕਤਾਰ ਦੇ ਵਿੱਚੋਂ ਇੱਕ ਮਹਾਂਪੁਰਸ਼ ਹਨ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕੀਤੀ। ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਦਾ ਪ੍ਰਚਾਰ ਸਾਰੇ ਹਿੰਦੁਸਤਾਨ ਦੇ ਵਿੱਚ ਘੁੰਮ ਕੇ ਜਿੱਥੇ ਵੀ ਕੋਈ ਆਪਣੇ ਰਸਤੇ ਤੋਂ ਭਟਕਿਆ ਹੋਇਆ ਸੀ, ਉਸ ਨੂੰ ਸਹੀ ਰਸਤੇ ਮਾਰਗ 'ਤੇ ਚਲਾਉਣ ਵਾਸਤੇ ਇਹਨਾਂ ਮਹਾਂਪੁਰਸ਼ਾਂ ਨੇ ਵੱਡਾ ਯੋਗਦਾਨ ਪਾਇਆ ਹੈ। ਅੱਜ ਵੀ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਧਰਮ ਦੇ ਅੰਦਰ ਵੱਡੇ ਮਹਾਂਪੁਰਸ਼ ਹੋਏ ਨੇ ਸੰਸਾਰ ਵਿੱਚ। ਉਹਨਾਂ ਮਹਾਂਪੁਰਸ਼ਾਂ ਦੇ ਵਿੱਚੋਂ ਇੱਕ ਮਹਾਂਪੁਰਸ਼ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਇਸ ਪਵਿੱਤਰ ਅਸਥਾਨ ਨੂੰ ਲੱਭਿਆ ਔਰ ਇਸ ਪਵਿੱਤਰ ਅਸਥਾਨ ਨੂੰ ਤਰੱਕੀ ਦੇ ਰਾਹ 'ਤੇ ਲਿਜਾਣ ਵਾਸਤੇ ਅੱਜ ਵੀ ਉਹਨਾਂ ਦੇ ਮਿਸ਼ਨ 'ਤੇ ਉਹਨਾਂ ਦੇ ਸੇਵਾਦਾਰ ਇਸ ਅਸਥਾਨ ਦੀ ਸੇਵਾ ਕਰ ਰਹੇ ਹਨ। ਉਹਨਾਂ ਮਹਾਂਪੁਰਸ਼ਾਂ ਦੀ ਚਲਾਈ ਹੋਈ ਮਰਜ਼ਾਦਾ ਦੇ ਅਨੁਸਾਰ ਹੀ ਇਸ ਅਸਥਾਨ 'ਤੇ ਮਰਜ਼ਾਦਾ ਚੱਲ ਰਹੀ ਹੈ। ਸੋ ਜੋ ਸਹਿਜ ਪਾਠ ਕੁਛ ਦਿਨਾਂ ਤੋਂ ਪ੍ਰਾਰੰਭ ਸਨ, ਉਸ ਤੋਂ ਬਾਅਦ ਜੋ ਹੁਕਮਨਾਮੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਨੇ, ਉਹਦੀ ਥੋੜ੍ਹੇ ਸਮੇਂ ਵਾਸਤੇ ਵਿਚਾਰ ਕਰਨੀ ਹੈ। ਭਾਵੇਂ ਵਿਚਾਰ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਉਸ ਵੇਲੇ ਸਾਬੋ ਕੀ ਤਲਵੰਡੀ ਗੁਰਸਿੱਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਆਪ ਦੀ ਰਚਨਾ ਤੋਂ ਸਾਰੀ ਬਾਣੀ ਲਿਖਵਾਈ ਹੈ, ਕਿਰਪਾ ਕਰਕੇ ਇਸ ਦੇ ਅਰਥ ਵੀ ਨਾਲ ਹੀ ਲਿਖਵਾ ਦਿਓ, ਅੱਗੇ ਤੋਂ ਆਉਣ ਵਾਲੀ ਦੁਨੀਆ ਭੁਲੇਖੇ ਵਿੱਚ ਨਾ ਪੈ ਸਕੇ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਸ ਵੇਲੇ ਇਸ ਦਾ ਜਵਾਬ ਦਿੱਤਾ, ਕਹਿਣ ਲੱਗੇ, ਭਾਈ ਗੁਰਮੁਖੋ, ਇਸ ਗੁਰਬਾਣੀ ਦੇ ਅਰਥ ਅਸੀਂ ਨਹੀਂ ਲਿਖਵਾ ਸਕਦੇ। ਇਹਦੇ ਅਰਥ ਅਗਰ ਅਸੀਂ ਲਿਖਵਾ ਦਿੱਤੇ ਤਾਂ ਇਸ ਦੀ ਹੱਦ ਹੋ ਜਾਵੇਗੀ। ਦੁਨੀਆ ਇਹ ਸਮਝੇਗੀ ਇਸ ਦੇ ਅਰਥ ਇਹ ਸਹੀ ਹਨ। ਇਸ ਗੁਰਬਾਣੀ ਦਾ ਕੋਈ ਅਰਥ ਉਹ ਲਿਖਵਾ ਸਕਦਾ ਹੈ ਜਿਸ ਦੀ ਤਾਕਤ ਗੁਰੂ ਨਾਨਕ ਸਾਹਿਬ ਜੀ ਦੇ ਨਾਲੋਂ 10 ਗੁਣਾ ਜ਼ਿਆਦਾ ਹੋਵੇ। ਇਸ ਬਾਣੀ ਦੇ ਅਰਥ ਮੇਰੇ ਗੁਰਸਿੱਖ ਅੱਗੇ ਤੋਂ ਅੱਗੇ ਪਿਆਰ ਵਾਲੀਆਂ ਰੂਹਾਂ ਆਪਣੀ ਆਪਣੀ ਅਵਸਥਾ ਦੇ ਅਨੁਸਾਰ ਕਰਿਆ ਕਰਨਗੇ।
ਜਿੱਡੀ ਵੱਡੀ ਅਵਸਥਾ ਸਿੱਖ ਦੀ ਹੋਵੇਗੀ ਉਸ ਅਵਸਥਾ ਦੇ ਅਨੁਸਾਰ ਇਹਦੇ ਅਰਥ ਹੋਣਗੇ। ਜਿੱਡੀ ਅਵਸਥਾ ਕਿਸੇ ਸਿੱਖ ਦੀ ਨੀਵੀਂ ਹੋਵੇਗੀ ਉਹ ਆਪਣੀ ਅਵਸਥਾ ਦੇ ਅਨੁਸਾਰ ਅਰਥ ਕਰੇਗਾ। ਇਸ ਕਰਕੇ ਇਸ ਦੇ ਅਰਥ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇੱਕੋ ਵਾਰੀ ਅਰਥ ਉਸ ਵੇਲੇ 48 ਸਿੰਘਾਂ ਨੂੰ ਸੁਣਾਏ ਸਨ ਔਰ 48 ਦੇ 48 ਵਧੇਹ ਹੋ ਗਏ, ਕਿਉਂਕਿ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੁਣਾਉਣ ਵਾਲੇ ਵਿੱਚ ਵੀ ਪਾਵਰ ਸੀ ਅਤੇ ਸੁਣਨੇ ਵਾਲੇ ਵੀ ਅੱਗੇ ਉਹਨਾਂ ਵਿੱਚ ਵੀ ਕੋਈ ਕਮੀ ਨਹੀਂ ਸੀ। ਜੇ ਅਗਰ ਸਿੱਖ ਦੇ ਅੰਦਰ ਕਮੀ ਹੋਵੇ, ਬੀਜ ਭਾਵੇਂ ਜਿੰਨੀ ਮਰਜ਼ੀ ਚੰਗੀ ਯੂਨੀਵਰਸਿਟੀ ਦਾ ਲੈ ਆਈਏ, ਅੱਗੇ ਧਰਤੀ ਚੰਗੀ ਨਹੀਂ ਹੈ, ਧਰਤੀ ਉਪਜਾਊ ਨਹੀਂ ਹੈ, ਧਰਤੀ ਵਿੱਚ ਕੋਈ ਔਗਣ ਹੈ ਤਾਂ ਉਹ ਬੀਜ ਉੱਥੇ ਪੂਰਾ ਪ੍ਰਫੁੱਲਤ ਨਹੀਂ ਹੁੰਦਾ। ਇਸੇ ਤਰ੍ਹਾਂ ਧਰਤੀ ਵੀ ਪੂਰੀ ਉਸ ਤਰ੍ਹਾਂ ਦੀ ਉਪਜਾਊ ਚਾਹੀਦੀ ਹੈ ਅਤੇ ਜਿਹੜਾ ਬੀਜ ਚੰਗੀ ਯੂਨੀਵਰਸਿਟੀ ਦਾ ਸੋਧਿਆ ਹੋਇਆ ਬੀਜ ਹੈ ਫਿਰ ਉਹ ਪੂਰੀ ਚੰਗੀ ਤਰ੍ਹਾਂ ਉਸਦਾ ਲਾਭ ਪ੍ਰਾਪਤ ਹੋ ਜਾਂਦਾ, ਉਸਦਾ ਝਾੜ ਵੀ ਜ਼ਿਆਦਾ ਹੁੰਦਾ। ਇਸ ਕਰਕੇ ਸਾਧ ਸੰਗਤ ਜੀ, ਕਈ ਵਾਰੀ ਮਨੁੱਖ ਨੂੰ ਗੁਰੂ ਪੂਰਾ ਮਿਲ ਜਾਂਦਾ, ਸਿੱਖ ਦੇ ਵਿੱਚ ਕਮੀ ਹੁੰਦੀ ਹੈ। ਸਿੱਖ ਗੁਰੂ ਵਿੱਚ ਕਮੀ ਨਹੀਂ ਕੱਢ ਸਕਦਾ, ਗੁਰੂ ਸਿੱਖ ਦੇ ਵਿੱਚ ਕਮੀ ਕੱਢ ਸਕਦਾ। ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜ਼ਿਕਰ ਹੈ, ਸਤਿਗੁਰ ਪੂਰਾ ਕਿਆ ਕਰੇ ਜਿਉ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗੇ ਜਿਉ ਬਾਂਸ ਬਜਾਈਏ ਫੂਕ। ਜੇ ਗੁਰੂ ਕੀ ਕਰ ਸਕਦਾ ਹੈ, ਜੇ ਸਿੱਖਾਂ ਦੇ ਵਿੱਚ ਇਹ ਗਲਤੀਆਂ ਹੋਣ ਫਿਰ ਸਿੱਖ ਨੇ ਗਲਤੀ ਆਪਣੀ ਆਪ ਸਹੀ ਕਰਨੀ ਹੈ। ਗੁਰੂ ਤਾਂ ਇੱਕ ਸ਼ੀਸ਼ਾ ਹੈ, ਜਦੋਂ ਸਿੱਖ ਨੇ ਸਾਹਮਣੇ ਆਉਣਾ ਇਹਦੀਆਂ ਕਮੀਆਂ 'ਤੇ ਆਪਣੇ ਆਪ ਹੀ ਇਸ ਨੂੰ ਨਜ਼ਰ ਪੈ ਜਾਂਦੀ ਹੈ। ਜਦੋਂ ਗੁਰੂ ਦੇ ਸਾਹਮਣੇ ਸਿੱਖ ਆਉਂਦਾ ਹੈ, ਇੱਕ ਬਹੁਤ ਵੱਡੀ ਪ੍ਰਾਪਤੀ ਸਿੱਖ ਨੂੰ ਹੁੰਦੀ ਹੈ ਕਿ ਗੁਰੂ ਦੇ ਸਾਹਮਣੇ ਆਉਣ ਦੇ ਨਾਲ, ਗੁਰੂ ਦੇ ਪ੍ਰਤਾਪ ਦੇ ਨਾਲ ਹੀ ਇਸ ਮਨੁੱਖ ਦੀ ਖੋਟੀ ਮੱਤ ਦੂਰ ਹੋ ਜਾਂਦੀ ਹੈ। ਸਤਿਗੁਰੂ ਬਾਣੀ ਵਿੱਚ ਇਹਦਾ ਜ਼ਿਕਰ ਕਰਦੇ ਆ, ਜਿਨ੍ਹਾਂ ਦਸੰਦੜਿਆਂ ਦੁਰਮਤ ਬੰਝੇ ਮਿੱਤਰ ਅਸਾਡੜੇ ਸਹੀ, ਹਉ ਢੁੰਡੇਂਦੀ ਜਗ ਸਵਾਇਆ ਜਨ ਨਾਨਕ ਬਿਰਲੇ ਕਈ। ਉਹਨਾਂ ਵਿੱਚੋਂ ਇੱਕ ਮਹਾਨ ਸ਼ਖਸੀਅਤ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਜਿਹੜੇ ਸਾਰਾ ਜੀਵਨ ਸਟੇਜ 'ਤੇ ਨਹੀਂ ਬੋਲੇ ਔਰ ਸਾਰਾ ਜੀਵਨ ਕਿਸੇ ਨੂੰ ਉਪਦੇਸ਼ ਦੇ ਕੇ ਇਹ ਨਹੀਂ ਕਿਹਾ ਵੀ ਤੂੰ ਅੰਮ੍ਰਿਤ ਛਕ, ਉਹਨਾਂ ਦਾ ਦਰਸ਼ਨ ਕਰਕੇ ਹੀ ਅਨੇਕਾਂ ਦੁਨੀਆਂ ਦਾ ਆਧਾਰ ਹੋ ਗਿਆ। ਦਰਸ਼ਨ ਕਰਕੇ ਜੀ ਖੋਟੀ ਮਤ ਲੋਕਾਂ ਦੀ ਦੂਰ ਹੋ ਗਈ। ਉਹਨਾਂ ਦੇ ਦਰਸ਼ਨ ਦਾ ਏਡਾ ਤੇਜ ਪ੍ਰਤਾਪ ਸੀ ਜਿਸ ਨੂੰ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਪਵਿੱਤਰ ਬਾਣੀ ਵਿੱਚ ਜ਼ਿਕਰ ਕਰਦੇ ਆ। ਤਿਸ ਕੇ ਦਰਸ ਸਭ ਪਾਪ ਮਿਟਾਵੇ, ਅਬਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੁਮ ਸੇਵਾ ਲਾਭ, ਆਵਣ ਜਾਣ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਐਸੇ ਜਨ ਦੇ ਪੈਰਾਂ ਦੀ ਪੂਜਾ ਕਰੋ ਜਿਨ੍ਹਾਂ ਦੇ ਦਰਸ਼ਨ ਕਰਦਿਆਂ ਮਨ ਦੀ ਖੋਟੀ ਮਤ ਦੂਰ ਹੋ ਜਾਂਦੀ ਹੈ। ਭਾਵੇਂ ਬਹੁਤ ਸਾਰੇ ਲੋਕ ਅੱਜ ਵਿਦਵਤਾ ਦੇ ਅਨੁਸਾਰ ਦੁਨੀਆ ਵਿੱਚ ਬੜੇ ਬੜੇ ਵਿਖਿਆਨ ਕਰ ਕਰਕੇ ਲੋਕਾਂ ਨੂੰ ਦੱਸਦੇ ਆ, ਉਹਨਾਂ ਦਾ ਅਸਰ ਦੁਨੀਆ 'ਤੇ ਕਿਉਂ ਨਹੀਂ ਹੁੰਦਾ? ਕਿਉਂਕਿ ਉਹਨਾਂ ਦੇ ਆਪਣੇ ਜੀਵਨ ਨਹੀਂ ਹਨ, ਕੇਵਲ ਅਤੇ ਕੇਵਲ ਦੁਨੀਆ ਨੂੰ ਦੱਸਣ ਤੱਕ ਹੀ ਸੀਮਤ ਹਨ। ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੇ ਜੀਵਨ 'ਤੇ ਉਸੇ ਤਰ੍ਹਾਂ ਗੁਰਬਾਣੀ ਦੇ ਅਨੁਸਾਰ ਹੀ ਜੀਵਨ ਚੱਲਿਆ ਹੈ, ਸੰਸਾਰ ਦੇ ਵਿੱਚ ਉਹਨਾਂ ਨੇ ਆਪਣੇ ਸਵਾਸ ਬਤੀਤ ਕੀਤੇ ਨੇ, ਉਹਨਾਂ ਦੇ ਮਗਰ ਲੱਗ ਕੇ ਹੀ ਦੁਨੀਆ ਦਾ ਉਧਾਰ ਹੋ ਗਿਆ। ਇਸ ਕਰਕੇ ਗੁਰੂ ਸਾਹਿਬਾ ਜੀ ਨੇ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਾਬੋ ਕੀ ਤਲਵੰਡੀ, ਜਦੋਂ ਧੀਰ ਮੱਲ ਜੀ ਦੇ ਪਰਿਵਾਰ ਨੇ, ਧੀਰ ਮੱਲ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇਣ ਤੋਂ ਇਨਕਾਰੀ ਹੋ ਗਏ, ਇਹ ਬਚਨ ਕੀਤਾ ਜੇ ਗੁਰੂ ਹੈ ਤਾਂ ਆਪ ਹੀ ਰਚ ਲਵੇ। ਗੁਰਸਿੱਖਾਂ ਦੀ ਬੇਨਤੀ 'ਤੇ ਸਤਿਗੁਰੂ ਜੀ ਨੇ ਕਿਹਾ, ਗੁਰਸਿੱਖਾਂ ਨੇ ਕਿ ਮਹਾਰਾਜ ਜ਼ਬਰਦਸਤੀ ਖੋਹ ਕੇ ਲੈ ਆਉਣੇ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ, ਮੇਰੇ ਸਿੱਖ ਬਹੁਤ ਸਾਰੇ ਨਿਸਰਦਕ ਹੋ ਜਾਣਗੇ। ਜਦੋਂ ਗੁਰੂ 'ਤੇ ਨਿਸਰਦਕ ਸਿੱਖ ਹੋਇਆ ਤੇ ਨਰਕਾਂ ਨੂੰ ਚਲੇ ਜਾਵੇਗਾ। ਬਹੁਤ ਸਾਰੇ ਸਿੱਖਾਂ ਦੇ ਅੰਦਰ ਇਹ ਗੱਲ ਆ ਜਾਵੇਗੀ ਕਿ ਗੁਰੂ ਨਾਨਕ ਸਾਹਿਬ ਜੀ ਜਿੰਨੀ ਤਾਕਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਿੱਚ ਨਹੀਂ ਸੀ, ਔਰ ਬਹੁਤ ਸਾਰੇ ਸਿੱਖਾਂ ਦੇ ਅੰਦਰ ਨਿਸਰਦਕ ਹੋ ਜਾਣਗੇ। ਉਸ ਨਿਸਰਦਕ ਹੋਣ ਕਾਰਨ ਮੇਰੇ ਸਿੱਖ ਨਰਕਾਂ ਨੂੰ ਚਲੇ ਜਾਣਗੇ। ਇਸ ਕਰਕੇ ਉਹਨਾਂ ਸਿੱਖਾਂ ਨੂੰ ਬਚਾਉਣ ਵਾਸਤੇ ਮੈਂ ਨਹੀਂ ਚਾਹੁੰਦਾ ਕਿ ਖੋਹ ਕੇ ਲੈ ਆਈਏ, ਤੁਸੀਂ ਕਾਗਜ਼ ਤਿਆਰ ਕਰੋ, ਸਿਆਹੀ ਤਿਆਰ ਕਰੋ। ਭਾਈ ਮਨੀ ਸਿੰਘ ਜੀ ਲਿਖਾਰੀ ਹੋਏ, ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੀ ਪਵਿੱਤਰ ਰਸਨਾ ਤੋਂ ਉਸ ਵੇਲੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਇੱਕ ਓਂਕਾਰ ਤੋਂ ਲੈ ਕੇ 10-20 ਤੱਕ
ये सारी बाणी अपनी पवित्र रसना तो लिखाई और उसके अर्थ गुरसिखा नूं सुनाए और जिन्हां सिखां ने सुने उन्हां दे जीवन बदल गए, उन्हां दे जीवन मुक्त पुरुष हो गए। तो उही टकसालां अज भी साहिब गुरु गोबिंद सिंह साहिब जी तो चलदियां आ रही ने। अगे तो अगे महापुरुष गुरबाणी के अर्थ गुरसिखां नूं सुना सुना के अगे तो अगे उन्हां दे जीवन बदल रहे हैं। जिन्हां दे बड़े भाग हुंदे आ वो गुरबाणी नूं सुणदे आ मन करके, गुरबाणी नूं पढ़दे आ मन करके, गुरबाणी के उपर चलण की कोशिश करते हैं। भावें मनुख नहीं चल सकता, बड़ी औखी गल है। जिहड़ा मनुख चलण की कोशिश करदा उहदे भी शाबाश है, उसदे भी बड़े भाग ने चलण की कोशिश विच है। भावें उससे चलिया नहीं जाता, जिस तरह छोटा एक बच्चा वो बड़ी मंजिल के उपर पौड़ियां के उत्तर नहीं चढ़ सकता, पर उसकी कोशिश होंदी है कि मैं एक दो पौड़ियां चढ़ जावां। वो बच्चा कोशिश करता है, एक दो पौड़ियां जरूर चढ़ जाता है। जिहड़ा मनुख तुरिया होया है वो कदी ना कदी पहुँच जाएगा। जिहड़ा मनुख तुरिया नहीं बैठा ही है उहदे सिर ते सारी बाट लंबी पई है। चलते मार्ग जो गिरे तां को नाही दोष, कहो कबीर बैठा रहे तां सिर करड़े कोस। जिहड़ा चलदा होया डिग भी पिया फिर उठ के तुर पवेगा। इस करके गुरबाणी के अर्थ साहिब गुरु गोबिंद सिंह साहिब जी महाराज ने उस वेले अपनी रसना तो गुरसिखां नूं सुणाए सी। एक बारी संत बाबा ज्वाला सिंह जी महाराज उन्हां दे गुर भाई सन संत बाबा हरी सिंह जी डेरा संतगढ़ हरखोवाल विखे पढ़े हुए सन। संत अमीर सिंह जी गली सत्तो वाली उन्हां दे कोलों कथा पढ़े हुए सन। ते संत महाराज पढ़ते हुंदे सन तो बाबा हरी सिंह कथा करते हुंदे सन। एक दिन संत बाबा हरी सिंह जी कथा करन लगे तो उन्हां दे मन विच विचार आ गई कि संत महाराज पढ़े नहीं होए, क्योंकि संत महाराज हरखोवालिए स्कूले नहीं सी गए, कोई भाषा नूं जाणदे ही नहीं सन। पर जदों ब्रह्म अवस्था उन्हां दी होई सारियां भाषा उन्हां दे अंदर बैठियां सन, सारियां भाषा वो जाणदे सन। उन्हां दे मन की भावना सुन के ही, अंदरों देख के ही, मन की अंतरजामता दे नाल ही ये बचन बाबा हरी सिंह नूं कहण लगे, हरी सिंह अज तू कथा तुसीं पढ़ो तो मैं कथा करदा। संत बाबा हरी सिंह जी पढ़न लगे तो संत महाराज हरखोवालिए अपनी रसना तो अर्थ सुनाउण लगे, जिहड़े अर्थ जिंदगी दे विच कदी बाबा हरी सिंह ने किसी तो सुने नहीं सन। वो अर्थ संत महाराज ने करके जदों हरी सिंह जी नूं सुनाए तो बाबा हरी सिंह संत महाराज के चरणों ते डिग पे। इस करके जिस मनुख दे अंदर रब की बंदगी कारण रब की बंदगी प्रवेश कर जाती है, रब के गुण प्रवेश कर जाते हैं, ਉਹਦੇ अंदर रब दियां ही गल्लां, रब दियां ही जो रब दे रब वाले गुण ही उस विचों प्रगट होंदे हन। इन्हां गुणां नूं प्रगट करन वास्ते ही जिस तरह एक चंगा पहलवान बनना होवे, चंगे कोच की जरूरत है, चंगा कोई रागी बनना होवे, राग विद्या वाले रागी की जरूरत है। इस तरह परमार्थ के मार्ग से तुरन वास्ते भी किसी परमार्थ से तुरे सिपाही के मगर लग के ही मनुख अपनी मंजिल से पहुँच सकता है। सो धनासरी राग के अंदर सतगुरु जी ने हुक्मनामा बख्शिश किया है, क्योंकि रागां के अंदर बाणी है। हरेक राग के अंदर ये तो रागी सिंघां नूं हिदायत की है कि तुसीं इस राग के अंदर इस बाणी नूं गाउणा है, इस शब्द नूं गाउणा है। ते बाकी जिन्हां दे पढ़न वाले लोग हैं उन्हां वास्ते राग की तो कोई जरूरत नहीं है, पर फिर भी सतगुरु जी ने हरेक शब्द नूं दसिया कि इस राग के अंदर, इस घर के अंदर, इस ताल के अंदर इस नूं गाउणा है। केवल एको ही एक बाणी है साहिब गुरु ग्रंथ साहिब जी दे विच जिहड़ी राग तो बिना है। जपजी साहिब जी की बाणी राग तो बिना है। एको ही एक बाणी है, इसनूं साध संगत जी महामंत्र गिणिया गया। इसका जाप भी अखंड पाठ साहिब जी के नाल तां ही जपजी साहिब का रखिया जाता है। इसनूं जपण वास्ते हिदायत की है। बाकी सारी बाणी नूं गाउण की हिदायत की है। गुरबाणी गावो भाई वो सफल सदा सुखदाई। बाकी बाणी गाउण की हिदायत है, एक जपण वास्ते है। जप तो लैके जी बनया है।
ਧਨਾਸਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਜੀ ਧਨਾਸਰੀ ਰਾਗਣੀ ਹੈ। ਸਾਰਿਆਂ ਰਾਗਾਂ ਦੀ ਪਿੱਛੇ ਗਿਣਤੀ ਲਿਖੀ ਹੋਈ ਹੈ। ਰਾਗ ਮਾਲਾ ਦੇ ਵਿੱਚ ਬਹੁਤ ਸਾਰੀਆਂ ਸੰਸਥਾ ਇਸ ਰਾਗ ਮਾਲਾ ਨੂੰ ਬਾਣੀ ਨਹੀਂ ਮੰਨਦੀਆਂ ਔਰ ਪੜ੍ਹਦੇ ਵੀ ਨਹੀਂ। ਇਸ ਗੱਲ ਦਾ ਜ਼ਰੂਰ ਚੇਤਾ ਰੱਖਿਓ। ਜੋ ਕਰਤਾਰਪੁਰ ਸਾਹਿਬ ਬੀੜ ਪੰਜਵੇਂ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਾਈ ਸੀ, ਉਹ ਅੱਜ ਵੀ ਕਰਤਾਰਪੁਰ ਸਾਹਿਬ ਧੀਰ ਮੱਲ ਜੀ ਦੇ ਪਰਿਵਾਰ ਦੇ ਕੋਲ ਪਈ ਹੈ। ਹਰੇਕ ਸੰਗਰਾਂਦ ਨੂੰ ਉਸਦੇ ਦਰਸ਼ਨ ਕਰਾਏ ਜਾਂਦੇ ਆ। ਉਸ ਦੇ ਵਿੱਚ ਰਾਗ ਮਾਲਾ ਲਿਖੀ ਹੋਈ ਹੈ। ਇਸ ਕਰਕੇ ਰਾਗ ਮਾਲਾ ਦੇ ਵਿੱਚ ਰਾਗਾਂ ਦੀ ਗਿਣਤੀ ਚਾੜ੍ਹੀ ਹੈ। ਇਕੱਲੇ ਇਕੱਲੇ ਰਾਗ ਦਾ ਨਾਮ, ਉਸ ਦੀ ਇਸਤਰੀ ਦਾ, ਅਤੇ ਜਿੰਨੇ ਰਾਗ ਨੇ 6 ਰਾਗ ਨੇ, 48 ਉਹਨਾਂ ਦੇ ਪੁੱਤਰ ਨੇ, ਸੇ 18 10 20 ਉਹਨਾਂ ਦੇ ਪੁੱਤਰਾਂ ਦੇ ਨਾਮ ਅਤੇ ਉਹਨਾਂ ਦੀਆਂ ਇਸਤਰੀਆਂ 30 ਉਹਨਾਂ ਦੀਆਂ ਇਸਤਰੀਆਂ ਨੇ। 6 ਰਾਗ ਨੇ, 5 ਇਸਤਰੀਆਂ ਨੇ। ਖਸਤ ਰਾਗ ਨਗਾਏ ਸੰਗ ਰਾਗ ਨੇ 30 ਸਭੈ ਪੁੱਤਰ ਰਾਗਨ ਕੇ 18 10 20 48 ਉਹਨਾਂ ਦੇ ਪੁੱਤਰ ਹੈ। ਉਹਨਾਂ ਦੀ ਗਿਣਤੀ ਚਾੜ੍ਹੀ ਹੈ। ਧਨਾਸਰੀ ਰਾਗਣੀ ਹੈ। ਧਨਾਸਰੀ ਇਹ ਪੰਚੋ ਗਾਈ ਮਾਲ ਰਾਗ ਕੋ ਸਕ ਸੰਗ ਲਾਈ ਮਾਰੂ ਮਸਤ ਅੰਗ ਮੇ ਬਾਰਾ ਪਰਬਲ ਚੰਡ ਕਉ ਸਕਿਓ ਬਾਰਾ। ਇਹ ਧਨਾਸਰੀ ਰਾਗਣੀ ਹੈ। ਉਸ ਦੇ ਅੰਦਰ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਹੈ, ਜੈ ਜੈ ਪੇਖੋਂ ਤੈ ਹਜ਼ੂਰ। ਪਰਮੇਸ਼ਰ ਨੂੰ ਜਿੱਥੇ ਤੁਸੀਂ ਦੇਖੋਗੇ ਹਾਜ਼ਰ ਹੈ। ਕਿੰਨੀ ਕੁ ਦੂਰ ਹੈ, ਕਿੰਨੀ ਕੁ ਨੇੜੇ ਹੈ, ਇਸ ਦੀ ਗਿਣਤੀ ਮਿਣਤੀ ਜੇ ਤੁਹਾਨੂੰ ਸਭ ਤੋਂ ਨੇੜੇ ਦੱਸੀਏ, ਆਮ ਤੌਰ 'ਤੇ ਮਨੁੱਖ ਦੇ ਸਭ ਤੋਂ ਨੇੜੇ ਇੱਕ ਹੱਥ ਹੈ। ਜਦੋਂ ਮਨੁੱਖ ਦੀਆਂ ਅੱਖਾਂ ਵਿੱਚ ਕੁਛ ਪੈ ਜਾਂਦਾ, ਹੱਥ ਨੱਠ ਕੇ ਉੱਥੇ ਚਲੇ ਜਾਂਦਾ। ਜਦੋਂ ਮਨੁੱਖ ਦੇ ਕਿਤੇ ਸੱਟ ਲੱਗਦੀ ਹੈ, ਰੋੜਾ ਲੱਗਦਾ, ਹੱਥ ਨੱਠ ਕੇ ਉੱਥੇ ਚਲੇ ਜਾਂਦਾ। ਸਭ ਤੋਂ ਨੇੜੇ ਇੱਕ ਮਨੁੱਖ ਦਾ ਅੰਗ ਹੱਥ ਹੈ। ਜਦੋਂ ਕਿਤੇ ਵੀ ਸਰੀਰ ਨੂੰ ਤਕਲੀਫ ਹੋਈ ਹੈ, ਹੱਥ ਦੌੜ ਕੇ ਉੱਥੇ ਚਲੇ ਗਿਆ। ਕਿਸੇ ਜਗ੍ਹਾ 'ਤੇ ਦਰਦ ਹੋਈ ਹੈ, ਹੱਥ ਉੱਥੇ ਪਹੁੰਚ ਗਿਆ। ਕਿਸੇ ਜਗ੍ਹਾ 'ਤੇ ਸੱਟ ਲੱਗੀ ਹੈ ਜਾਂ ਕੋਈ ਜ਼ਖਮ ਹੋਇਆ, ਹੱਥ ਉੱਥੇ ਪਹੁੰਚ ਗਿਆ। ਗੁਰਬਾਣੀ ਨੇ ਇਸ ਦਾ ਜ਼ਿਕਰ ਕੀਤਾ ਕਿ ਹੱਥ ਤੋਂ ਨੇੜੇ ਵੀ ਕੋਈ ਚੀਜ਼ ਹੈ। ਹੱਥ ਤੋਂ ਨੇੜੇ ਚੀਜ਼ ਕਿਹੜੀ ਹੈ? ਪਰਮੇਸ਼ਰ ਹੱਥ ਤੋਂ ਨੇੜੇ ਹੈ। ਬਾਬਾ ਰਵਿਦਾਸ ਜੀ ਦੀ ਪਵਿੱਤਰ ਬਾਣੀ ਹੈ, ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋ ਹੋਈ। ਕਹਿੰਦੇ ਪਰਮੇਸ਼ਰ ਹੱਥ ਤੋਂ ਵੀ ਨੇੜੇ ਹੈ। ਇਸ ਨੂੰ ਜਦੋਂ ਤੁਸੀਂ ਯਾਦ ਕਰੋਗੇ, ਹੱਥ ਤਾਂ ਹੋ ਸਕਿਆ ਮਨੁੱਖ ਦੀ ਕੋਈ ਨਾੜ ਬੰਦ ਹੋ ਜਾਵੇ, ਹੱਥ ਤਾਂ ਚੱਲਣ ਤੋਂ ਵੀ ਰਹਿ ਜਾਂਦਾ, ਪਰ ਪਰਮੇਸ਼ਰ ਨੂੰ ਯਾਦ ਕਰੋਗੇ, ਉਹ ਆਉਣ ਤੋਂ ਨੀਂਦ ਗਰੇਜ ਕਰਦਾ। ਉਹ ਆਪਣੇ ਆਪ ਉਸੇ ਵੇਲੇ ਯਾਦ ਕਰਨ ਵਿੱਚ ਮਨੁੱਖ ਦੇ ਕਮੀ ਹੋ ਸਕਦੀ ਹੈ, ਪਰ ਮਨੁੱਖ ਦੇ ਪਹੁੰਚਣ ਵਿੱਚ ਕਮੀ ਨਹੀਂ ਹੋ ਸਕਦੀ। ਇਹ ਇੱਕ ਪ੍ਰਸੰਗ ਹੈ ਦ੍ਰੋਪਦੀ ਦਾ। ਦੁਆਪਰ ਯੁੱਗ ਦਾ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਪ੍ਰਵਾਨ ਦਿੱਤਾ ਹੈ, ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਸੀਨਤ ਵਸਤਰ ਦੀਨ ਬਹੁ ਸਾਜ ਸੋਧਾਮਾ ਆਪਦਾ ਤੇ ਰਾਖਿਆ ਗਨਕਾ ਪੜਤ ਪੂਰੇ ਤੇ ਕਾਜ। ਦ੍ਰੋਪਦੀ ਦੇ ਉਸ ਵੇਲੇ ਚੀਰ ਲਾਉਣ ਲੱਗਿਆ ਹਿੰਦੁਸਤਾਨ ਦੀ ਪਵਿੱਤਰ ਧਰਤੀ 'ਤੇ ਇੱਕ ਔਰਤ ਦੇ ਵਸਤਰ ਭਰੀ ਸਭਾ ਵਿੱਚ ਲਾ ਦੇਣੇ, ਔਰ ਉਸ ਵੇਲੇ ਧਾਰਮਿਕ ਵਿੱਦਿਆ ਜਿਹੜੇ ਦੇਣ ਵਾਲੇ ਗੁਰਮੁਖ ਸਨ, ਵੱਡੇ ਵੱਡੇ ਵਿਦਵਾਨ ਪੁਰਖ ਸਨ, ਵੱਡੇ ਵੱਡੇ ਕਮਾਈ ਵਾਲੇ ਪੁਰਸ਼ ਸਨ, ਉਹ ਵੀ ਵਿੱਚ ਬੈਠੇ ਸਨ ਸਭਾ ਦੇ। ਔਰ ਜਿਨ੍ਹਾਂ ਰਾਜਨੀਤਿਕ ਲੋਕਾਂ ਨੇ ਇਹ ਗੱਲ ਰੋਕਣੀ ਸੀ, ਉਹ ਵੀ ਵਿੱਚ ਆਪ ਕਰ ਰਹੇ ਸੀ। ਔਰ ਇਸ ਤੋਂ ਵੱਡੇ ਪਰੇ ਫਿਰ ਹੋਰ ਕੋਈ ਗੱਲ ਹੀ ਨਹੀਂ ਸੀ। ਉਸ ਨੂੰ ਜਦ ਨਗਨ ਕਰਨਾ ਕੋਈ ਬਹੁਤੀ ਵੱਡੀ ਗੱਲ ਨਹੀਂ ਸੀ। ਇੱਕ ਇਸਤਰੀ ਨੂੰ ਨਗਨ ਕਰ ਦੇਣਾ ਇੱਡੀ ਭਰੀ ਸਭਾ ਦੇ ਅੰਦਰ। ਔਰ ਜਦੋਂ ਇਹ ਵਰਤਾਰਾ ਵਰਤਿਆ ਭਰੀ ਸਭਾ ਦੇ ਅੰਦਰ, ਸਾਰੇ ਮਨੁੱਖ ਜਵਾਬ ਦੇ ਗਏ। ਪਾਂਡਵ ਵੀ ਬੈਠੇ ਆ ਨੀਵੀਆਂ ਪਾ ਕੇ, ਔਰ ਧਾਰਮਿਕ ਵਿੱਦਿਆ ਗ੍ਰਹਿਣ ਕਰਨ ਵਾਲੇ ਬੜੇ ਬੜੇ ਵਿਦਵਾਨ ਪੁਰਸ਼, ਜਿਨ੍ਹਾਂ ਨੂੰ ਕੋਈ ਸ਼ਾਸਤਰ ਨਹੀਂ ਮਾਰ ਸਕਦਾ ਸੀ, ਜਿਨ੍ਹਾਂ ਨੂੰ ਕੋਈ ਬੰਦਾ ਨਹੀਂ ਮਾਰ ਸਕਦਾ ਸੀ, ਇੱਛਾ ਮਿਰਤੂ ਵਰ ਜਿਨ੍ਹਾਂ ਦੇ ਕੋਲ ਸਨ, ਵੱਡੇ ਵੱਡੇ ਕਮਾਈ ਵਾਲੇ ਪੁਰਸ਼, ਸਾਰਾ ਜੀਵਨ ਜਪ ਸਤ ਵਿੱਚ ਕਾਇਮ ਰੱਖਣ ਵਾਲੇ ਰਹਿਣ ਵਾਲੇ, ਉਹ ਪੁਰਖ ਵੀ ਉਸ ਸਭਾ ਵਿੱਚ ਬੈਠੇ ਸੀ। ਉਸ ਇਸਤਰੀ ਨੂੰ ਨਗਨ ਕਰਨ ਲੱਗਿਆ ਉਸ ਵੇਲੇ ਰੋਕ ਕੌਣ ਸਕਦਾ ਸੀ? ਵੱਡੀਆਂ ਤਾਕਤਾਂ ਤਾਂ ਉਸ ਵੇਲੇ ਵਿੱਚ ਬੈਠੀਆਂ ਸਨ, ਜਿਹੜੇ ਰੋਕਣ ਵਾਲੇ ਸਨ। ਉਸ ਨੇ ਫਿਰ ਦ੍ਰੋਪਦੀ ਨੇ ਇੱਕ ਭਗਵਾਨ ਨੂੰ ਚੇਤੇ ਕੀਤਾ। ਭਗਵਾਨ ਆ ਤਾਂ ਗਏ, ਪਰ ਦ੍ਰੋਪਦੀ ਦਾ ਇੱਕ ਚੀਰ ਸਿਰ ਦੇ ਉੱਪਰੋਂ ਲੈ ਚੁੱਕਿਆ ਸੀ। ਇੱਕ ਪਾਸੇ ਇੱਕ ਬਲ ਸਿਰ ਦੇ ਉੱਪਰੋਂ ਸਾੜੀ ਦਾ ਲੈ ਗਿਆ ਅਤੇ ਦੂਜਾ ਲੈਣ ਦੀ ਤਿਆਰੀ ਸੀ। ਅਤੇ ਭਗਵਾਨ ਕ੍ਰਿਸ਼ਨ ਸਾਹਮਣੇ ਕੇਵਲ ਅਤੇ ਕੇਵਲ ਦ੍ਰੋਪਦੀ ਨੂੰ ਦਰਸ਼ਨ ਹੋਏ, ਹੋਰ ਕਿਸੇ ਨੂੰ ਦਰਸ਼ਨ ਨਹੀਂ ਹੋਏ। ਉਸ ਦ੍ਰੋਪਦੀ ਦਾ ਫਿਰ ਅੱਗੇ ਤੋਂ ਚੀਰ, ਉਹਦਾ ਸਰੀਰ ਨਗਨ ਨਹੀਂ ਹੋਇਆ, ਕੱਪੜੇ ਲਹਿੰਦੇ ਚਲੇ ਗਏ। ਕੱਪੜਿਆਂ ਦਾ ਬਹੁਤ ਵੱਡਾ ਢੇਰ ਦ੍ਰੋਪਦੀ ਨਾਲੋਂ ਵੀ ਵੱਡਾ ਲੱਗ ਗਿਆ।
ਦੁਸ਼ਾਸਨ ਸਾਰਾ ਦਿਨ ਲਾਉਂਦਾ ਲਾਉਂਦਾ ਥੱਕ ਗਿਆ ਔਰ ਦੁਸ਼ਾਸਨ ਤਾਂ ਕੀ ਸਾਰੇ ਦੁਰਯੋਧਨ ਵਰਗੇ ਸ਼ਰਮਿੰਦੇ ਹੋ ਕੇ ਨੀਵੀਆਂ ਪਾ ਕੇ ਬੈਠ ਗਏ, ਦ੍ਰੋਪਦੀ ਨੂੰ ਨਗਨ ਨਾ ਕਰ ਸਕੇ। ਹਿੰਦੁਸਤਾਨ ਦੀ ਧਰਤੀ ਦੇ ਉੱਤੇ ਇੱਕ ਸਿੱਧਾ ਪ੍ਰਮਾਣ ਹੈ, ਪਰਮੇਸ਼ਰ ਨੇ ਜਾ ਕੇ ਉੱਥੇ ਉਸ ਦੀ ਮਦਦ ਕੀਤੀ, ਜਿਹਦਾ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ। ਜਦੋਂ ਫਿਰ ਦ੍ਰੋਪਦੀ ਨੇ ਇੱਕ ਸਵਾਲ ਰੱਖਿਆ ਭਗਵਾਨ ਕ੍ਰਿਸ਼ਨ ਦੇ ਅੱਗੇ, ਕਹਿਣ ਲੱਗੀ ਮਹਾਰਾਜ ਸਾਨੂੰ ਮੈਂ ਯਾਦ ਕੀਤਾ ਹੈ, ਆਮ ਤੌਰ 'ਤੇ ਮਹਾਤਮਾ ਦੱਸਦੇ ਆ ਰੱਬ ਸਭ ਤੋਂ ਨੇੜੇ ਹੁੰਦਾ, ਪਰ ਮੇਰਾ ਇੱਕ ਪੱਲਾ ਲੈ ਗਿਆ ਸੀ ਸਾੜੀ ਦਾ, ਪਰ ਤੁਸੀਂ ਉਸ ਵੇਲੇ ਪਹੁੰਚੇ ਨਹੀਂ, ਤੁਸੀਂ ਲੇਟ ਪਹੁੰਚੇ ਹੋ। ਕਹਿੰਦੇ ਰੱਬ ਨੂੰ ਜਦੋਂ ਵੀ ਯਾਦ ਕੀਤ ਕਰੋ, ਜੈ ਜੈ ਪੇਖੋ ਤੈ ਹਜ਼ੂਰ, ਜਿੱਥੇ ਯਾਦ ਕਰੋ ਰੱਬ ਉੱਥੇ ਹੀ ਖੜਾ, ਪਰ ਤੁਸੀਂ ਮਹਾਰਾਜ ਦੇਰ ਨਾਲ ਪਹੁੰਚੇ ਹੋ। ਇਹ ਗੱਲ ਮੈਨੂੰ ਇੱਕ ਭੁਲੇਖਾ ਪਿਆ ਹੋਇਆ ਕਿ ਮਹਾਰਾਜ ਇਹ ਕਿਸ ਕਾਰਨ ਹੈ ਕਿ ਇਹ ਜਿਹੜੀ ਵਿਦਵਾਨਾਂ ਦੀ ਮਹਾਂਪੁਰਸ਼ਾਂ ਦੀ ਬਾਣੀ ਗਲਤ ਹੈ ਜਾਂ ਤੁਹਾਡੇ ਵਿੱਚ ਕੋਈ ਕਸੂਰ ਹੈ। ਉਸ ਵੇਲੇ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਦ੍ਰੋਪਦੀ ਕਸੂਰ ਮੇਰਾ ਨਹੀਂ ਹੈ, ਕਸੂਰ ਯਾਦ ਕਰਨ ਵਿੱਚ ਹੋ ਸਕਦਾ, ਭਗਵਾਨ ਦੇ ਪਹੁੰਚਣ ਵਿੱਚ ਦੇਰ ਨਹੀਂ ਹੋ ਸਕਦੀ, ਤੇਰੇ ਵਿੱਚ ਕੋਈ ਕਮੀ ਹੋ ਸਕਦੀ ਹੈ। ਉਸ ਵੇਲੇ ਦ੍ਰੋਪਦੀ ਨੂੰ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਦ੍ਰੋਪਦੀ ਤੇਰੇ ਯਾਦ ਕਰਨ ਵਿੱਚ ਕਮੀ ਹੋ ਸਕਦੀ ਹੈ, ਹੋ ਸਕਦਾ ਤੇਰੀ ਯਾਦ ਕਰਨ ਵਿੱਚ ਕਮੀ ਹੋਵੇ। ਉਹਨੇ ਕਿਹਾ ਜੀ ਮੈਂ ਤਾਂ ਤੁਹਾਨੂੰ ਜਦੇ ਹੀ ਯਾਦ ਕਰਨ ਲੱਗ ਗਈ ਜਦੋਂ ਮੈਂ ਸਾਰਿਆਂ ਪਾਸਿਆਂ ਤੋਂ ਨਿਆਸਰਾ ਆਪਣੇ ਆਪ ਨੂੰ ਦੇਖਿਆ, ਇੱਕੋ ਇੱਕ ਭਗਵਾਨ ਦਾ ਆਸਰਾ, ਫਿਰ ਮੈਂ ਤੁਹਾਡਾ ਤੱਕਿਆ ਤੇ ਕੋਈ ਆਸਰਾ ਨਹੀਂ ਸੀ, ਫਿਰ ਵੀ ਮੈਂ ਤੱਕਿਆ, ਜਦੋਂ ਮੇਰਾ ਇੱਕ ਚੀਰ ਲੈ ਗਿਆ ਫਿਰ ਮੈਂ ਸਮਝਿਆ ਰੱਬ ਇੱਥੇ ਨਹੀਂ ਹੈ। ਕਹਿਣ ਲੱਗੇ ਦ੍ਰੋਪਦੀ ਤੂੰ ਜਦੋਂ ਯਾਦ ਕਰਨ ਲੱਗੀ ਤੇਰੇ ਯਾਦ ਕਰਨ ਵਿੱਚ ਕਮੀ ਸੀ, ਤੂੰ ਸਾਨੂੰ ਆਵਾਜ਼ ਮਾਰੀ ਹੈ ਦਵਾਰਕਾ ਵਾਸੀ ਮੇਰੀ ਮਦਦ ਕਰੋ, ਸਾਨੂੰ ਦਵਾਰਕਾ ਤੋਂ ਚੱਲ ਕੇ ਆਉਣਾ ਪਿਆ, ਜੇ ਤੂੰ ਸਾਨੂੰ ਯਾਦ ਕਰਦੀ ਹੈ ਘੱਟ ਘੱਟ ਵਾਸੀ ਮੇਰੀ ਮਦਦ ਕਰੋ, ਅਸੀਂ ਤੇਰੇ ਕੋਲੇ ਹੀ ਖੜੇ ਸੀ, ਅਸੀਂ ਇੱਥੋਂ ਹੀ ਪ੍ਰਗਟ ਹੋ ਜਾਣਾ ਸੀ, ਤੇਰੇ ਯਾਦ ਕਰਨ ਵਿੱਚ ਕਮੀ ਹੈ। ਜੀਵ ਦੇ ਯਾਦ ਕਰਨ ਵਿੱਚ ਅਰਦਾਸ ਵਿੱਚ ਕਮੀ ਹੋ ਸਕਦੀ ਹੈ, ਇਹਦੇ ਅਰਦਾਸ ਵਿੱਚ ਕਈ ਕਮੀਆਂ ਹੋ ਸਕਦੀਆਂ, ਇਹ ਨਹੀਂ ਕਿ ਪ੍ਰਵਾਨ ਨਹੀਂ ਹੁੰਦੀ। ਜਗਿਆਸੂ ਦੇ ਅੰਦਰ ਕਮੀ ਹੋ ਸਕਦੀ ਹੈ, ਪਰਮੇਸ਼ਰ ਵਿੱਚ ਕਮੀ ਕੋਈ ਨਹੀਂ ਹੈ। ਕਹਿੰਦੇ ਸਾਨੂੰ ਦਵਾਰਕਾ ਤੋਂ ਚੱਲ ਕੇ ਆਉਣਾ ਪਿਆ, ਫਿਰ ਥੋੜ੍ਹਾ ਸਮਾਂ ਤਾਂ ਲੱਗੇ ਹੀ ਜਾਣਾ ਸੀ, ਤੂੰ ਸਾਨੂੰ ਚੇਤੇ ਕਰਦੀ ਹੈ ਘੱਟ ਘੱਟ ਵਾਸੀ, ਅਸੀਂ ਤੇਰੇ ਕੋਲੇ ਹੀ ਖੜੇ ਸੀ, ਫਿਰ ਹੱਥ ਨਾਲੋਂ ਨੇੜੇ ਸੀ, ਫਿਰ ਤੇਰੇ ਚੀਰ ਨਹੀਂ ਸੀ ਲੈ ਸਕਦੇ। ਇਸ ਕਰਕੇ ਪੰਚਮ ਪਾਤਸ਼ਾਹ ਜੀ ਮਹਾਰਾਜ ਨੇ ਇਹ ਗੁਰਬਾਣੀ ਦਾ ਸ਼ਬਦ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਜੈ ਜੈ ਪੇਖੋ ਤੈ ਹਜ਼ੂਰ ਦੂਰ ਕਤੋਂ ਨਾ ਜਾਈ। ਪਰਮੇਸ਼ਰ ਦੂਰ ਨਹੀਂ ਜਾਂਦਾ, ਹਰੇਕ ਜੀਵ ਦੇ ਨਾਲ ਹੀ ਹੈ, ਹਰੇਕ ਜੀਵ ਦੇ ਨਾਲ ਹੀ ਰਹਿੰਦਾ ਹੈ, ਕਿਉਂਕਿ ਘੱਟ ਘੱਟ ਮੈਂ ਹਰਜੂ ਵਸੇ ਸੰਤਨ ਕਹਿਓ ਪੁਕਾਰ, ਹਰੇਕ ਜੀਵ ਦੇ ਅੰਦਰ ਪਰਮੇਸ਼ਰ ਹੈ, ਪਰ ਉਹ ਪ੍ਰਗਟ ਨਹੀਂ ਹੁੰਦਾ। ਕਾਰਨ ਕੀ ਹੈ? ਜਿਸ ਤਰ੍ਹਾਂ ਇੱਕ ਜਿਹੜੀ ਮੇਰੀ ਉਮਰ ਦੇ ਬੰਦੇ ਤੁਹਾਡੇ ਵਿੱਚ ਬੈਠੇ ਹੋਣਗੇ, ਤੁਸੀਂ ਦੇਖੋ ਅੱਗੇ ਲਾਲਟਣਾ ਹੁੰਦੀਆਂ ਸੀ ਮਿੱਟੀ ਦੇ ਤੇਲ ਦੀਆਂ, ਉਹ ਮਿੱਟੀ ਦੇ ਤੇਲ ਦੀ ਲਾਲਟਣ ਦੀ ਚਿਮਨੀ ਦੇ ਉੱਤੋਂ ਜਦੋਂ ਕਿਤੇ ਮੈਲ ਚੜ੍ਹ ਜਾਂਦੀ ਸੀ, ਜਦੋਂ ਕਾਲੀ ਹੋ ਜਾਂਦੀ ਸੀ ਤੇ ਉਹਦੇ ਅੰਦਰ ਉਹਦੀ ਲਾਈਟ ਦਿਸਣੋਂ ਹਟ ਜਾਂਦੀ ਸੀ। ਜਿਹੜਾ ਸਿਆਣਾ ਬੰਦਾ ਕੋਈ ਚਿਮਨੀ ਨੂੰ ਲਾ ਕੇ ਸਾਫ਼ ਕਰ ਦੇਵੇ ਤੇ ਉਹਦੇ ਵਿੱਚ ਫਿਰ ਲਾਈਟ ਦਿਸਣ ਲੱਗ ਜਾਂਦੀ ਸੀ। ਇਸੇ ਤਰ੍ਹਾਂ ਜਦੋਂ ਮਨੁੱਖ ਦੇ ਅੰਤਸਕਰਨ ਦੇ ਮਨ ਦੇ ਉੱਤੇ ਮੈਲ ਚੜ੍ਹ ਜਾਂਦੀ ਹੈ, ਉਹ ਮੈਲ ਫਿਰ ਅੰਦਰ ਦੀ ਜੋਤ ਨੂੰ ਦਿਸਣ ਨਹੀਂ ਦਿੰਦੀ। ਜਿਹੜੇ ਫਿਰ ਮਹਾਤਮਾ ਪੁਰਸ਼ਾਂ ਦੀ ਕਿਰਪਾ ਦੇ ਨਾਲ ਮਨੁੱਖ ਦੇ ਉਹਨਾਂ ਦੇ ਵਚਨ ਦੇ ਅਨੁਸਾਰ ਮਨੁੱਖ ਚੱਲਦਾ ਹੈ, ਇਹ ਕਮਾਈ ਕਰਕੇ ਮਨੁੱਖ ਜਦੋਂ ਆਪਣੀ ਨਾਮ ਦੀ ਕਮਾਈ ਕਰਦਾ ਹੈ ਤੇ ਅੰਤਸਕਰਨ ਤੋਂ ਮੈਲ ਲੈ ਜਾਂਦੀ ਹੈ। ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ। ਜਦੋਂ ਨਾਮ ਦੇ ਰੰਗ ਨਾਲ ਮਨੁੱਖ ਹਰ ਰੋਜ਼ ਸ਼ਬਦ ਦੇ ਨਾਲ ਆਪਣੀ ਸੁਰਤ ਨੂੰ ਜੋੜਦਾ ਤੇ ਇਹਦੀ ਮਲੀਨਤਾ ਦੂਰ ਹੋ ਜਾਂਦੀ ਹੈ। ਫਿਰ ਉਹ ਜਿਹੜੀ ਲਾਈਟ ਹੈ ਦਿਸਣ ਲੱਗ ਜਾਂਦੀ ਹੈ, ਉਹ ਲਾਈਟ ਫਿਰ ਪ੍ਰਕਾਸ਼ ਹੁੰਦੀ ਹੈ ਤੇ ਬਾਕੀ ਜਿੰਨੀਆਂ ਲਾਲਟਣਾਂ ਉਹਨਾਂ ਦੀਆਂ ਚਿਮਨੀਆਂ ਵਿੱਚ ਨੁਕਸ ਹੈ, ਉਹ ਇੱਕੋ ਹੀ ਲਾਲਟਣ ਦੇ ਵਿੱਚ ਸਾਰੇ ਦਿਸ ਜਾਂਦੇ ਆ। ਜਿਹੜੇ ਮਹਾਤਮਾ ਪੁਰਸ਼ਾਂ ਦੀਆਂ ਫੋਟੋਆਂ ਤੁਸੀਂ ਦੇਖਦੇ ਹੋ, ਅਵਤਾਰਾਂ ਦੀਆਂ ਫੋਟੋਆਂ ਦੇਖਦੇ ਹੋ, ਉਹਨਾਂ ਦੇ ਪਿੱਛੇ ਬੜੇ ਬੜੇ ਇੱਕ ਗੋਲ ਚੱਕਰ ਜਿਹਾ ਪਾ ਦਿੰਦੇ ਆ, ਇੱਕ ਬੜੇ ਲਾਈਟ ਜੀ ਕੀਤੀ ਜਾਂਦੀ ਹੈ। ਉਹਦਾ ਮਤਲਬ ਇਹੀ ਹੁੰਦਾ ਕਿ ਇਹਨਾਂ ਦੀ ਜੋਤ ਪ੍ਰਕਾਸ਼ਵਾਨ ਹੋ ਚੁੱਕੀ ਹੈ। ਜਿਹੜੇ ਉਹਨਾਂ ਦੇ ਦਾਇਰੇ ਅੰਦਰ ਚਲੇ ਜਾਂਦੇ ਆ, ਉਹਨਾਂ ਮਨੁੱਖਾਂ ਨੂੰ ਆਪਣੇ ਨੁਕਸਾਂ 'ਤੇ ਨਜ਼ਰ ਪੈ ਜਾਂਦੀ ਹੈ।
ਆਪਣੇ ਔਗਣਾਂ 'ਤੇ ਨਜ਼ਰ ਪੈ ਜਾਂਦੀ ਹੈ। ਜਿਹੜੇ ਪ੍ਰਤਾਪੀ ਮਹਾਂਪੁਰਖ ਹੁੰਦੇ ਆ, ਜਿਨ੍ਹਾਂ ਦੀ ਜੋਤ ਪ੍ਰਕਾਸ਼ਵਾਨ ਹੁੰਦੀ ਹੈ, ਉਹਨਾਂ ਦੇ ਨੇੜੇ ਜਾ ਕੇ ਹਰੇਕ ਮਨੁੱਖ ਨੂੰ ਆਪਣੇ ਔਗਣਾਂ 'ਤੇ ਨਜ਼ਰੀ ਪੈ ਜਾਂਦੀ ਹੈ। ਦੂਰ ਕਤੋਂ ਨਾ ਜਾਈ ਰੱਬ ਰਹਿਆ ਸਰਵਤਰ ਮੈਂ ਮਨ ਸਦਾ ਧਿਆਈ। ਕੋਈ ਜਗ੍ਹਾ ਐਸੀ ਨਹੀਂ। ਮਹਾਂਪੁਰਖਾਂ ਨੂੰ ਕੋਈ ਕਹਿਣ ਲੱਗਿਆ ਮਹਾਰਾਜ ਰੱਬ ਕਿੱਥੇ ਰਹਿੰਦਾ, ਉਹ ਕਹਿਣ ਲੱਗੇ ਮੈਨੂੰ ਤੂੰ ਇਹ ਗੱਲ ਦੱਸ ਵੀ ਰੱਬ ਰਹਿੰਦਾ ਕਿੱਥੇ ਨਹੀਂ ਹੈ। ਉਹ ਜਗ੍ਹਾ ਦੱਸ ਜਿੱਥੇ ਪਰਮੇਸ਼ਰ ਨਹੀਂ ਹੈ। ਹਰੇਕ ਜਗ੍ਹਾ 'ਤੇ ਪਰਮੇਸ਼ਰ ਵਿਆਪਕ ਹੈ। ਜਿੱਥੇ ਜਗ੍ਹਾ 'ਤੇ ਕਿਤੇ ਮਨੁੱਖ ਵੀ ਨਹੀਂ ਪਹੁੰਚਿਆ ਉੱਥੇ ਪਰਮੇਸ਼ਰ ਪਹੁੰਚਿਆ ਹੋਇਆ। ਪਰਮੇਸ਼ਰ ਦਾ ਤਾਂ ਹਰ ਜਗ੍ਹਾ 'ਤੇ ਪਤਾ ਨਹੀਂ ਲੱਖ ਆਗਾਸਾਂ ਆਗਾਸ, ਲੱਖ ਪਤਾਲਾਂ ਪਤਾਲ, ਪਤਾ ਨਹੀਂ ਕਿੰਨੇ ਆਗਾਸ ਪਤਾਲ ਨੇ। ਹਰ ਇੱਕ ਜਗ੍ਹਾ 'ਤੇ ਪਰਮੇਸ਼ਰ ਦਾ ਵਾਸਾ ਹੈ। ਇਹ ਤੂਤ ਨਹੀਂ ਵਿਛੜੈ ਸੋ ਸੰਗੀ ਗਣੀਐ। ਕਈ ਵਾਰੀ ਮਨੁੱਖ ਬਹੁਤ ਸੱਜਣਤਾਈ ਹੁੰਦੀ ਹੈ, ਔਖੀ ਵੇਲੇ ਮਨੁੱਖ ਸਾਥ ਛੱਡ ਜਾਂਦਾ। ਕਈ ਵਾਰੀ ਮਨੁੱਖ ਬਹੁਤ ਜ਼ਿਆਦਾ ਸੱਜਣ ਇਕੱਠੇ ਹੋ ਕੇ ਬਹਿੰਦੇ ਆ, ਜਦੋਂ ਕਿਤੇ ਭੀੜ ਪੈਂਦੀ ਆ ਮਨੁੱਖ ਸਾਥ ਛੱਡ ਜਾਂਦੇ ਆ। ਇਸੇ ਕਰਕੇ ਜਿਸ ਤਰ੍ਹਾਂ ਇੱਕ ਪ੍ਰਮਾਣ ਮਹਾਂਪੁਰਖਾਂ ਨੇ ਦਿੱਤਾ, ਦੋ ਮਿੱਤਰ ਤੁਰੇ ਜਾਂਦੇ ਸੀ ਜੰਗਲ ਦੇ ਵਿੱਚ। ਜੰਗਲ ਵਿੱਚ ਤੁਰਿਆਂ ਜਾਂਦਿਆਂ ਜਾਂਦਿਆਂ ਮੋਹਰੇ ਇੱਕ ਰਿੱਛ ਆ ਗਿਆ ਅਤੇ ਇੱਕ ਮੁੰਡਾ ਜਿਹੜਾ ਉਹਨਾਂ ਵਿੱਚੋਂ ਸੀ ਦਰੱਖਤ 'ਤੇ ਚੜ੍ਹਨ ਜਾਣਦਾ ਸੀ, ਦੂਜਾ ਚੜ੍ਹਨ ਨਹੀਂ ਜਾਣਦਾ ਸੀ। ਉਹ ਜਿਹੜਾ ਇੱਕ ਨੱਠ ਕੇ ਦਰੱਖਤ 'ਤੇ ਚੜ੍ਹ ਗਿਆ, ਦੂਜਾ ਉੱਥੇ ਹੀ ਰਹਿ ਗਿਆ। ਉਹਨੇ ਸੋਚਿਆ ਕਿ ਮਰੇ ਹੋਏ ਨੂੰ ਕਹਿੰਦੇ ਰਿੱਛ ਖਾਂਦਾ ਨਹੀਂ ਹੈ। ਉਸ ਨੇ ਫਿਰ ਮਰਿਆਂ ਵਾਂਗਰ ਸਾਹ ਘੜੀਸ ਕੇ ਲੰਮਾ ਪੈ ਗਿਆ। ਰਿੱਛ ਆਇਆ ਅਤੇ ਰਿੱਛ ਨੇ ਆ ਕੇ ਉਹਦਾ ਸਾਰਾ ਸਰੀਰ ਸੁੰਘਿਆ। ਸੁੰਘ ਕੇ ਉਹਦੇ ਕੋਲੋਂ ਫਿਰ ਰਿੱਛ ਅੱਗੇ ਚਲੇ ਗਿਆ। ਉਹ ਉੱਪਰ ਵਾਲਾ ਨਾ ਜਦੋਂ ਉਤਰ ਕੇ ਆਇਆ ਅਤੇ ਥੱਲੇ ਵਾਲੇ ਨੂੰ ਪੁੱਛਣ ਲੱਗਿਆ ਕਿ ਰਿੱਛ ਤੇਰੇ ਕੰਨ ਵਿੱਚ ਕੀ ਕਹਿੰਦਾ ਸੀ? ਉਹ ਕਹਿੰਦਾ ਰਿੱਛ ਮੇਰੇ ਕੰਨ ਵਿੱਚ ਇਹ ਕਹਿੰਦਾ ਸੀ ਜਿਹੜਾ ਔਖੀ ਵੇਲੇ ਸਾਥ ਛੱਡ ਜਾਵੇ ਉਹ ਮਿੱਤਰ ਨਹੀਂ ਹੁੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੀ ਤੂਤ ਨਹੀਂ ਵਿਛੜੈ ਸੋ ਸੰਗੀ ਗਨੀਐ। ਇਹ ਨਹੀਂ ਪਰਮੇਸ਼ਰ ਸੁੱਖ ਵਿੱਚ ਤੇਰੇ ਨਾਲ ਹੈ ਅਤੇ ਦੁੱਖ ਵਿੱਚ ਪਰਮੇਸ਼ਰ ਤੇਰੇ ਨਾਲ ਨਹੀਂ ਹੈ। ਪਰਮੇਸ਼ਰ ਹਰ ਜਗ੍ਹਾ 'ਤੇ ਨਾਲ ਹੈ। ਉਹਨੂੰ ਯਾਦ ਕਰਦੇ ਅਤੇ ਹਰ ਵੇਲੇ ਉੱਥੋਂ ਹੀ ਪ੍ਰਗਟ ਹੋ ਜਾਊਗਾ। ਜਿੱਥੇ ਜਿੱਥੇ ਵੀ ਭਗਤਾਂ ਨੇ ਯਾਦ ਕੀਤਾ ਉੱਥੇ ਨੱਠ ਕੇ ਪਰਮੇਸ਼ਰ ਨੇ ਉਹਨਾਂ ਦੀ ਪਹੁੰਚ ਕੀਤੀ। ਵਿਧੀ ਚੰਦ ਭੱਠੀ ਦੇ ਅੰਦਰ ਬੈਠ ਗਿਆ। ਮਾਝੇ ਦੇ ਵਿੱਚ ਅੰਦਰ ਬੜੇ ਬੜੇ ਭੱਠ ਨੇ, ਐਡੀਆਂ ਐਡੀਆਂ ਭੱਠੀਆਂ ਨੇ ਦਾਣੇ ਭੁੰਨਣ ਵਾਲੀਆਂ, ਜਿਨ੍ਹਾਂ ਵਿੱਚ ਇੱਕ ਸਾਬਤਾ ਬੰਦਾ ਜਾ ਕੇ ਬੈਠ ਸਕਦਾ। ਜਦੋਂ ਵਿਧੀ ਚੰਦ ਦੁਸ਼ਾਲੇ ਲੈ ਕੇ ਆਇਆ ਅਤੇ ਕੁਛ ਸੋਨਾ ਉਹਨਾਂ ਮੁਗਲਾਂ ਦਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਬਚਨਾਂ ਤੋਂ ਉਲਟ ਹੀ ਉੱਥੋਂ ਚੱਕ ਕੇ ਲੈ ਆਇਆ ਸੀ। ਜਦੋਂ ਫਿਰ ਵਿਧੀ ਚੰਦ ਉਸ ਭੱਠੀ ਵਿੱਚ ਬੈਠ ਗਿਆ ਅਤੇ ਵਿਧੀ ਚੰਦ ਨੂੰ ਸੇਕ ਨਹੀਂ ਲੱਗਿਆ ਅਤੇ ਦੁਸ਼ਾਲੇ ਜਿਹੜੇ ਸਨ ਉਹਨਾਂ ਨੂੰ ਵੀ ਸੇਕ ਨਹੀਂ ਲੱਗਿਆ। ਜਿਹੜਾ ਸੋਨਾ ਗੁਰੂਆਂ ਦੇ ਸਾਹਿਬਾਂ ਦੇ ਹੁਕਮ ਤੋਂ ਬਿਨਾਂ ਲਿਆਇਆ ਸੀ, ਉਹ ਸੋਨਾ ਪਾਣੀ ਦੀ ਤਰ੍ਹਾਂ ਵਗ ਕੇ ਥੱਲੇ ਵਗ ਤੁਰਿਆ ਅੱਗ ਦੇ ਵਿੱਚ, ਪਰ ਵਿਧੀ ਚੰਦ ਨੂੰ ਸੇਕ ਨਹੀਂ ਲੱਗਿਆ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਵੇਲੇ ਭਾਈ ਕੀ ਡਰੋਲੀ ਬੈਠੇ ਸਨ। ਅੱਜ ਵੀ ਗਾਗਰ ਉੱਥੇ ਪਈ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਪਾਣੀ ਦੀਆਂ ਗਾਗਰਾਂ ਭਰ ਕੇ ਸਾਡੇ ਸਰੀਰ 'ਤੇ ਪਾਈ ਜਾਓ। ਉਸ ਵੇਲੇ ਪਾਣੀ ਦੀਆਂ ਗਾਗਰਾਂ ਭਰ ਕੇ ਲਿਆ ਕੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਰੀਰ 'ਤੇ ਪਾਈਆਂ ਗਈਆਂ ਔਰ ਵਿਧੀ ਚੰਦ ਨੂੰ ਸੇਕ ਨਹੀਂ ਲੱਗਿਆ। ਅਤੇ ਸਤਿਗੁਰੂ ਜੀ ਉੱਥੇ ਵਿਧੀ ਚੰਦ ਨੇ ਆ ਕੇ ਸਾਹਿਬਾਂ ਦੇ ਚਰਨਾਂ ਵਿੱਚ ਦੁਸ਼ਾਲੇ ਰੱਖੇ ਅਤੇ ਜਿਹੜਾ ਹੁਕਮ ਤੋਂ ਬਿਨਾਂ ਸੋਨਾ ਸੀ ਉੱਥੇ ਅੱਗ ਦੇ ਵਿੱਚ ਹੀ ਰਹਿ ਗਿਆ। ਇਹ ਤੂਤ ਨੇ ਵਿਛੜਿਆ ਸੋ ਸੰਗੀ ਗਣੀਏ ਰੱਬ ਰਹਿਆ ਸਰਬਤਰ ਮੈਂ। ਸਾਰੀ ਜਗ੍ਹਾ 'ਤੇ ਪਰਮੇਸ਼ਰ ਹੈ। ਕੋਈ ਜਗ੍ਹਾ ਐਸੀ ਨਹੀਂ ਜਿੱਥੇ ਪਰਮੇਸ਼ਰ ਨਹੀਂ। ਮਨ ਸਦਾ ਧਿਆਈ, ਕਹਿੰਦੇ ਮਨ ਕਰਕੇ ਉਹਨੂੰ ਸਦਾ ਧਿਆਉਣਾ ਕਰ। ਇਹ ਤੂਤ ਨਹੀਂ ਵਿਛੜੇ ਸੋ ਸੰਗੀ ਗਣੀਐ। ਜਿਹਦਾ ਇੱਥੇ ਕਈ ਵਾਰੀ ਲੋਕ ਵਿੱਚ ਮਨੁੱਖ ਕੋਈ ਰਾਜਾ ਹੈ, ਉਹ ਕਿਸੇ ਮਨੁੱਖ ਦੀ ਇੱਥੇ ਲੋਕ ਵਿੱਚ ਤਾਂ ਉਹਦੀ ਮਦਦ ਕਰ ਸਕਦਾ। ਜਦੋਂ ਪਰਲੋਕ ਵਿੱਚ ਮਨੁੱਖ ਚਲੇ ਜਾਂਦਾ ਉੱਥੇ ਕਿਸੇ ਬੰਦੇ ਦੀ ਪਹੁੰਚ ਨਹੀਂ ਹੈ। ਉੱਥੇ ਹਰੇਕ ਮਨੁੱਖ ਨਹੀਂ ਪਹੁੰਚ ਸਕਦਾ। ਸਤਿਗੁਰੂ ਗੁਰਬਾਣੀ ਵਿੱਚ ਲਿਖਿਆ ਸਾਧ ਕੇ ਸੰਗ ਇਹਾਂ ਉਹਾਂ ਸਹੇਲਾ। ਸਾਧੂ ਦੀ ਸੰਗਤ ਕਰਕੇ, ਮਹਾਂਪੁਰਸ਼ਾਂ ਦੀ ਸੰਗਤ ਕਰਕੇ ਉਹ ਦਰਗਾਹ ਦੇ ਵਿੱਚ ਵੀ ਸਹਾਇਕ ਨੇ, ਸੰਸਾਰ ਦੇ ਵਿੱਚ ਵੀ ਸਹਾਇਕ ਨੇ। ਇਹ ਨਹੀਂ ਕੋਈ ਮਨੁੱਖ ਕਹਿ ਸਕਦਾ ਮੈਂ ਤੇਰੇ ਨਾਲ ਇੱਥੇ ਵੀ ਅਤੇ ਉੱਥੇ ਵੀ। ਮਹਾਂਪੁਰਸ਼ ਇੱਕੋ ਹੀ ਇੱਕ ਮਹਾਂਪੁਰਸ਼ ਨੇ ਜਿਨ੍ਹਾਂ ਦੀ ਦਰਗਾਹ ਵਿੱਚ ਵੀ ਚੱਲਦੀ ਹੈ। ਰੱਬ ਦੇ ਨੇੜੇ ਭਗਤੀ ਕਰਨ ਵਾਲੇ ਗੁਰਮੁਖ ਰੱਬ ਦੇ ਨੇੜੇ ਰਹਿੰਦੇ ਹੈ, ਉਹਨਾਂ ਦੀ ਦਰਗਾਹ ਵਿੱਚ ਚੱਲਦੀ ਹੈ। ਸਤਿਗੁਰੂ ਜੀ ਬਾਣੀ ਵਿੱਚ ਜ਼ਿਕਰ ਕੀਤਾ ਹੈ ਜਿਨ ਕਾ ਕਹਿਆ ਦਰਗਹਿ ਚੱਲੇ
सो किसनों नज़र लियावे तले। जिन्हां दी दरगाह विच चलदी है उन्हां नूं कोई कुछ नहीं कह सकता। तो सतगुरु जी कहते ईत ऊत नहीं विछड़ै सो संगी गणीए। ये नहीं मनुख के शरीर छड्डण तो बाद भी वह संगी नहीं, वो संगी है। बिन सजाए जो निमक मैं सो अल्प सुख भनी है। जिहड़े मनुख ने की पता किहड़े वेले माड़ी मोटी गल तो नाराज हो के, माड़े मोटे सुख तो प्रभावित हो के, माड़े मोटे दुख तो प्रभावित हो के उरे परे हो जाना। प्रत पाले अप्याओ दे कछ ऊन ना होई। प्रत पालना हुंदी है, इत्थे बहुत सारे प्रित पालना पढ़ते हैं, प्रित पालना नहीं पढ़ना। इत्थे पप्पे नूं सियारी नहीं है, इत्थे प्रत पाले। प्रत पाले अप्याओ दे कछ ऊन ना होई। प्रत पालना करनी जिद्दां एक माता अपने बच्चे की प्रत पालना करती है। वो माता झाड़ू दिंदी रहिंदी है, कोई सब्जी वगैरह होर सब्जी जां चौंके विच कोई कारज करती है तो बच्चे वाल निगाह रखती है, किते अग वाल नूं ना चलिया जावे, किते पानी वाल नूं ना चलिया जावे। ध्यान बच्चे विच रखती है, कारज वो सारे करती है। उहनूं बच्चे नूं एक मिनट भी निगाह तो ओहले नहीं होण दिंदी। इसे तरह परमेश्वर है, जिहड़े परमेश्वर की बंदगी करते हैं उन्हां पुरुषां नूं परमेश्वर भी जिद्दां माता अपने बच्चे की प्रत पालना करती है, इसे तरह परमेश्वर भी उन्हां दी बच्चियां वांगरी प्रत पालना करता है जिद्दां माता करती है। कि बच्चा अग च हथ ना पा देवे, पानी च ना डिग जावे, किते माड़ी जगह ते किते जाके मंजे तो थले ना डिग जावे। इसकी प्रत पालना एक श्वास भी एक निमक भी उसनों परे नहीं करना। प्रत पाले अप्याओ दे कछ ऊन ना होई। कोई माड़ी मोटी ऊणी गल नहीं है, कोई ऊण गल ऊणी रह गई घट रह गई, इन्हें पूरी गल है। कहते पूरी गल है प्रत पालना करनी परमेश्वर की, ये पक्की गल है। सास सास संभालता मेरा प्रभ सोई। हर श्वास श्वास परमेश्वर जीव की संभाल करदा, संभालता छल अछेद अपार प्रभ। जिहड़ा ना किसी तो छड़िया जा सकता, ना वो किसी नूं छड़दा ते ना छड़िया जा सकता। अपार जिहदा अंत पारावार कोई ही नहीं, अंत ही कोई नहीं किथे तक है। नहीं तो किसी बंदे की हद है, राजे की हद है, किसी MLA की हद है, ते किसी नगर पालिका के प्रधान की हद है। रब की हद कोई नहीं है। अछल अछेद अपार प्रभ ऊंचा जांका रूप। जप जप करे आनंद जन आचर्य अनूप। कहते जप जप के आनंद तो परमेश्वर तो प्राप्ति तो रब बख्शिश तो मिलता ही है। आचर्य अनूप जड़ी आश्चर्य गल्लां ने ना मनुख नूं जिन्हां दा पता ही नहीं लगता, वो अनुभव दे राही बड़ियां आश्चर्य गल्लां जिहड़ियां परमेश्वर करदा है, वो उन्हां पुरुषां नूं ही पता लगदा जिहड़े बंदगी वाले पुरुष है। सा मत देहो दयाल प्रभ। पंजवें पातशाह जी बेनती करदे आखिरी विच, सा मत देहो दयाल प्रभ। सच्चे पातशाह दया करन वाले, हे दीना ते दया करन वाले दयाल प्रभ। सा मत देहो दयाल प्रभ जित तुम्हें आराधा। महाराज सच्चे पातशाह ऐदा दी मत दिओ मैं थोड़ा आराधन करा, थानू हर वेले जपदा रहा, थानू हर वेले चेते करा। तो सा मत देहो दयाल प्रभ जित तुम्हें आराधा। नानक मंगे दान प्रभ। गुरु नानक साहब पंजवें पातशाह जी कहते सच्चे पातशाह मैं ये दान मंगदा, रेन पग साधा। साधां दी रेन संतां महापुरुषां दे चरनां दी धूड़ मैनू प्राप्त हो जावे। ये गुरु अर्जन देव महाराज ने पवित्र हुक्मनामे बख्शिश कीते ने। सतगुरु जी ने गुरु अर्जन देव महाराज की पवित्र बाणी बहुत सारी अगाध बोध बाणी है। साध संगत जी ਇਹਦਾ अंत कोई नहीं है। जिस तरह समुद्र ਦੇ ਵਿੱਚ कोई ਡੂੰਘੀ ਚੁੱਭੀ मार के कोई ज़्यादा सीरे जवाहरात कढ़ लिया, कोई घट कढ़ लिया, अपनी अपनी मत बुद्धि के अनुसार जिन्नी क मत बुद्धि निरंकार जी ने बख्शी है, इस तो बदे ਇਹਦਾ अंत ਇਹਦਾ पारावार कोई नहीं है। इस करके जिन्नी क महापुरुषों ने मत बुद्धि बख्शी है, उस मत बुद्धि के अनुसार थोड़े नाल कुछ बचन कीते हैं। साध संगत जी रागी सिंह आए ने उस स्थान तो, भावें अज ऐतवार का दिन है, होले महल्ले का दिन होने करके साडे स्थान से बहुत अज के दिन भीड़ रहिंदी है, क्योंकि जिन्ने आनंदपुर साहब तो संगतां जांदियां ने माझे वालियां, ये सारे साडे स्थान से मत्था टेक के जाते हैं हरखोवाल। इस करके अज पूर्णमासी का दिन करके
ਰਾਗੀ ਸਿੰਘ ਵੀ ਉੱਥੋਂ ਆਏ ਨੇ, ਸਾਡੇ ਸੇਵਾਦਾਰ ਵੀ ਬਹੁਤ ਸਾਰੇ ਉੱਥੋਂ ਆਏ ਨੇ। ਇਸ ਦਿਨ ਨੂੰ ਪੱਕਾ ਰੱਖਣ ਕਰਕੇ ਸਾਨੂੰ ਦੋ ਪਾਸੇ ਡਿਊਟੀ ਦੇਣੀ ਪਈ ਆ। ਜੋ ਉੱਥੇ ਵੀ ਸਾਡੀ ਡਿਊਟੀ ਆ, ਉੱਥੇ ਬਹੁਤ ਸਾਡੇ ਅਸਥਾਨ 'ਤੇ ਭੀੜ ਹੁੰਦੀ ਆ। ਹੁਣ ਰਾਗੀ ਸਿੰਘ ਥੋੜ੍ਹਾ ਸਮਾਂ ਆਪ ਜੀ ਨੂੰ ਕੀਰਤਨ ਦੁਆਰਾ, ਗੁਰਬਾਣੀ ਦੇ ਕੀਰਤਨ ਦੁਆਰਾ ਗੁਰੂ ਨਾਲ ਜੋੜਨਗੇ। ਇਹ ਰਾਗੀ ਸਿੰਘ ਸਾਧ ਸੰਗਤ ਜੀ ਇਹ ਨਹੀਂ ਕਿ ਪੈਸਿਆਂ ਵਾਲੇ ਰਾਗੀ ਨੇ, ਬੈਠ ਕੇ ਕੀਰਤਨ ਸਰਵਣ ਕਰ ਲਿਓ, ਇਹ ਪੈਸਿਆਂ ਵਾਲੇ ਨਹੀਂ, ਇਹਨਾਂ ਦਾ ਕਿੱਤਾ ਨਹੀਂ ਹੈ। ਇਹ ਕੰਮ ਤਾਂ ਆਪਣਾ ਹੋਰ ਕਰਦੇ ਆ, ਕੇਵਲ ਸਾਡੇ ਨਾਲ ਹੀ ਕੀਰਤਨ ਕਰਦੇ ਆ। ਇਹ ਹੋਦਰ ਕਿਤੇ ਕੀਰਤਨ ਕਰਨ ਨਹੀਂ ਜਾਂਦੇ, ਕੇਵਲ ਸਾਡੇ ਨਾਲ ਹੀ ਜਾਂਦੇ ਆ। ਜਿੱਥੇ ਜਾਂਦੇ ਆ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਦੇ ਜਿਤਨੇ ਵੀ ਪ੍ਰੋਗਰਾਮ ਨੇ ਸੰਗਤਾਂ ਦੇ ਵਿੱਚ, ਉਹ ਇਹੀ ਕਰਦੇ ਆ, ਕੇਵਲ ਪੈਸਿਆਂ ਵਾਸਤੇ ਨਹੀਂ ਕਰਦੇ। ਇਹ ਕੋਲੋਂ ਹੀ ਕਿਰਾਇਆ ਖਰਚ ਕੇ ਕਈ ਵਾਰੀ ਕੀਰਤਨ ਕਰਕੇ ਵਾਪਸ ਆ ਜਾਂਦੇ ਆ। ਇਹਨਾਂ ਦੇ ਆਪਣੇ ਕਾਰੋਬਾਰ ਆਪਣੇ ਨੇ, ਉਹ ਆਪਣੇ ਕਾਰੋਬਾਰ ਇਹ ਘਰਾਂ ਵਿੱਚ ਆਪਣੇ ਵੱਖਰਾ ਕਰਦੇ ਆ। ਕੀਰਤਨ ਇਹਨਾਂ ਦਾ ਕਿੱਤਾ ਨਹੀਂ ਆ। ਇਸ ਕਰਕੇ ਥੋੜ੍ਹਾ ਸਮਾਂ ਜਿੰਨਾ ਚਿਰ ਤੁਹਾਨੂੰ ਚੰਗਾ ਲੱਗੂਗਾ ਕੀਰਤਨ ਸਰਵਣ ਕਰਾਉਣਗੇ। ਦਾਸ ਦੀ ਇੰਨੀ ਸੇਵਾ ਪ੍ਰਵਾਨ ਕਰਨੀ। ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।